जैस मस्तक भाग सो लागा सेव अंदर सच्चा नेहो लाया प्रीतम अपने तन मन होए निहाल जागुर देखा सामने तेग बहादुर सिमरिया कर नौ निद आवे ताई सब थाई होए जी सहाय सब थाई होए जी सहाय। परम सत्कारयोग सतगुरु धन श्री गुरु ग्रंथ साहिब जी महाराज सतगुरां दी पावन पवित्र हजूरी अंदर विराजमान गुरु साहिब जी दी साजी अते नवाजी हुई साध संगत फतेह प्रवान करो। वाहिगुरु जी का खालसा वाहिगुरु जी की फतेह। गुरमुख प्यारिओ बड़भागी हैं आपां सारी संगत जो नौवें पातशाह गुरु तेग बहादुर साहिब जी महाराज उन्हां दे 400 साला प्रकाश पुरब दीआं खुशियां दे अंदर भाई नूरा माही क्लब रैकोट जिन्हां दे अंदर ज़्यादातर तुहाडे इस नगर दे गुरमुख प्यारे सेवा कर रहे हैं। मास्टर प्रीतम सिंह जी, साबर अली जी, जोसफ अली जी, अज दे इस समागम दे अंदर आपां गुरु पातशाह दी पावन पवित्र हजूरी संगत रूप दे अंदर इकत्तर होए हैं। गुरमुखां पासों भाई सुखविंदर सिंह जी गोंदवाल वाले, जोसफ अली, साबर अली ते बच्चियां दे जत्थे पासे पासों आपां गुरबाणी दा कीर्तन ढाडी वारां कविश्री सरवण कर रहे सी। मकसद इक्को ही आ सारियां दा कि किसी ना किसी विधि द्वारा अज साडे समाज दे अंदर जो गिरावट आ चुकी है, जो साडे मनां दे अंदर चंगियाइयां घट के बुराइयां वध रहीआं हन, जो साडे मनां दे अंदर अशांति पैदा हो चुकी है, शांत असीं रह नहीं रहे। कहण तो भाव असीं बर्बादी वाले पासे नूं ज़्यादा तरजीह चल रहे हैं। जिहड़े अच्छे इंसान ने, जिस तरह भाई करविंदर सिंह होरां दा जिक्र हो रहा है, विदेशां च बैठे ने, अपना दसवंध कढ़ के इस संस्था नूं चला रहे हैं। मकसद इक्को ही कि किसी ना किसी विधि द्वारा, क्यों अज संसार हंभ चुक्या आपदे ज्ञान द्वारा ते विज्ञान द्वारा यतन करके कि असी सुखी हो जाइए, पर दिनों दिन खेड उल्ट हुंदी जा रही है। कोई घाटा नहीं संसार दे अंदर ज्ञान दा ना विज्ञान दा। फिर भी जो समाज दे हालात ने, दूर झाकण दी लोड़ नहीं सी, अपने मनां दे अंदर झाती मार के वेख लीए कि साडे मनां दी हालत किहो जी है। ते सारे आपां चाहुंदे इह हां कि असीं शांत रहीए, सुखी रहीए। इहदी प्राप्ति वास्ते यतन हो रहे आ। कोई संसार दी किरत नाल जुड़ रहा, कोई विज्ञान दा आसरा ले रहा,
ਕੁਝ ਲੋਕ ਧਰਮ ਦਾ ਆਸਰਾ ਲੈ ਰਹੇ ਆ, ਪਰ ਹੁੰਦਾ ਕਿ ਕਈ ਵਾਰ ਜੇ ਧਰਮ ਦਾ ਗਿਆਨ ਵੀ ਠੀਕ ਨਹੀਂ ਮਿਲਦਾ, ਧਰਮ ਦੇ ਜਿਹੜੇ ਟੀਚਰ ਨੇ ਉਹ ਖੁਦ ਅਗਿਆਨੀ ਹੋ ਜਾਣ, ਤਾਂ ਫਿਰ ਜਿਹੜੇ ਬੱਚੇ ਆ ਉਹਨਾਂ ਦਾ ਭਵਿੱਖ ਕੋਈ ਬਹੁਤਾ ਵਧੀਆ ਰਹਿੰਦਾ ਨਹੀਂ। ਇਸੇ ਤਰ੍ਹਾਂ ਧਰਮ ਦੀ ਰੀਤੀ ਜਦੋਂ ਤੋਂ ਸੰਸਾਰ ਦਾ ਆਰੰਭ ਹੋਇਆ, ਇਹ ਤਾਂ ਵਾਹਿਗੁਰੂ ਜਾਣੇ। ਗੁਰੂ ਨਾਨਕ ਪਾਤਸ਼ਾਹ ਨੇ ਵੀ ਫੈਸਲਾ ਦੇਤਾ, ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਾਹੋ ਨਾ ਕੋਈ, ਜਾ ਕਰਤਾ ਸਿਰਠੀ ਕੋ ਸਾਜੇ, ਆਪੇ ਜਾਣੈ ਸੋਈ। ਉਦੋਂ ਤੋਂ ਲੈ ਕੇ ਧਰਮ ਦਾ ਗਿਆਨ ਵੀ ਸੰਸਾਰ 'ਚ ਚੱਲ ਰਿਹਾ ਤੇ ਸੰਸਾਰ ਦਾ ਗਿਆਨ ਵੀ ਚੱਲ ਰਿਹਾ, ਪਰ ਕਈ ਵਾਰ ਦੋਨੋਂ ਗਿਆਨ ਫੇਲ ਹੋ ਗਏ। ਜਦੋਂ ਅਸੀਂ ਗੁਰੂ ਦੇ ਗਿਆਨ ਨੂੰ, ਧਰਮ ਦੇ ਗਿਆਨ ਨੂੰ ਲੈ ਕੇ ਉਸ ਅਨੁਸਾਰ ਆਪਣੇ ਜੀਵਨ ਨੂੰ ਢਾਲਿਆ ਨਹੀਂ, ਤਾਂ ਇਹ ਸਾਡਾ ਗਿਆਨ ਧਰਮ ਦਾ ਤੇ ਧਰਮ ਦੇ ਕਾਂਡ ਸਾਡੇ ਲਈ ਤੇ ਆਪਦੇ ਲਈ ਹਾਨੀਕਾਰਕ ਹੋ ਗਏ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਦੋਂ ਆਪਾਂ ਪੜ੍ਹਦੇ ਹਾਂ, ਉਹਦੇ 'ਚ ਇੱਕ ਐਸੇ ਇਨਸਾਨ ਦਾ ਜ਼ਿਕਰ ਆਉਂਦਾ ਜਿਹਦੇ ਵਰਗਾ ਅਜੇ ਵੀ ਗਿਆਨੀ ਬੰਦਾ ਦੁਨੀਆ 'ਚੋਂ ਲੱਭਣਾ ਮੁਸ਼ਕਲ ਹੈ, ਜਿਹਦੇ ਵਰਗਾ ਅਜੇ ਵੀ ਅਮੀਰ ਬੰਦਾ ਦੁਨੀਆ 'ਚੋਂ ਲੱਭਣਾ ਮੁਸ਼ਕਲ ਹੈ, ਜਿਹਨੂੰ ਆਪਾਂ ਰਾਵਣ ਕਰਕੇ ਪੜ੍ਹਦੇ ਹਾਂ। ਜਦੋਂ ਉਹਦੇ ਗਿਆਨ ਵੱਲ ਆਪਾਂ ਝਾਤੀ ਮਾਰਦੇ ਹਾਂ ਤਾਂ ਐਸਾ ਗਿਆਨੀ ਬ੍ਰਾਹਮਣ ਸੀ, ਚਾਰੇ ਵੇਦਾਂ ਦਾ ਜ਼ਬਾਨੀ ਗਿਆਤਾ ਸੀ ਰਾਵਣ। ਜੇ ਉਹਦੇ ਅਮੀਰੀ ਪੱਖ ਵੱਲ ਝਾਕਦੇ ਹਾਂ ਤਾਂ ਅੱਜ ਤੱਕ ਵੀ ਉਹਦੇ ਵਰਗਾ ਕੋਈ ਅਮੀਰ ਬੰਦਾ ਨਹੀਂ। ਸੰਸਾਰ 'ਚ ਕਿਸੇ ਕੋਲੇ ਸੋਨੇ ਦਾ ਘਰ ਨਹੀਂ ਹੈ, ਉਹਦੇ ਕੋਲੇ ਸੋਨੇ ਦਾ ਘਰ ਸੀ। ਗੁਰਬਾਣੀ ਇੱਕ ਬੇਨਤੀ, ਆਪਾਂ ਮਿਥਿਆ ਭਾਸ਼ਣ ਕਰਨ ਦੇ ਆਦੀ ਨਹੀਂ ਹੈ। ਜਿਹੜੀ ਗੱਲ ਗੁਰਬਾਣੀ ਦੇ ਕਸਵੱਟੀ ਤੇ ਉਤਰੂਗੀ, ਸਾਡੇ ਟੀਚਰ ਨੇ ਉਹ ਕਰਨੀ ਸਾਨੂੰ ਸਿਖਾਈ। ਲੰਕਾ ਗੜ ਸੋਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ। ਜੇ ਅਸੀਂ ਉਹਦੇ ਵਿਗਿਆਨ ਵੱਲ ਝਾਤੀ ਮਾਰਦੇ ਹਾਂ ਤਾਂ ਜਿਹੜਾ ਸੋਲਰ ਸਿਸਟਮ ਅੱਜ ਅਸੀਂ ਲਾ ਰਹੇ ਹਾਂ, ਉਸ ਯੁੱਗ 'ਚ ਉਹਦਾ ਲਾਇਆ ਹੋਇਆ ਸੀ, ਜਿਹਦੀ ਰਸੋਈ ਸੂਰਜ ਦੇ ਨਾਲ ਤਪਦੀ ਸੀ। ਜੇ ਅਸੀਂ ਉਹਦੇ ਧਿਆਨ ਵੱਲ ਝਾਤੀ ਮਾਰਦੇ ਹਾਂ ਤਾਂ ਉਹ ਸ਼ਬਦ ਦੀ ਆਰਾਧਨਾ ਵੀ ਕਰਦਾ ਹੈ। ਬੜਾ ਉਹਨੇ ਮਿਹਨਤ ਕੀਤੀ। ਇੱਥੋਂ ਤੱਕ ਅੱਜ ਤੱਕ ਤਾਂ ਆਪਾਂ ਕਈ ਵਾਰ ਸੁਣਦੇ ਰਹੇ ਕਿ ਰਾਵਣ ਨੇ ਕਾਲ ਪਾਵੇ ਨਾਲ ਬੰਨ੍ਹ ਲਿਆ ਸੀ। ਐਸਾ ਨਹੀਂ, ਥੋੜਾ ਜਿਹਾ ਗਹਿਰਾਈ 'ਚ ਆਪਾਂ ਨੂੰ ਜਾਣਾ ਪਊਗਾ। ਜਦੋਂ ਰਾਵਣ ਔਰ ਰਾਮਚੰਦਰ ਦਾ ਯੁੱਧ ਹੋ ਰਿਹਾ ਸੀ, ਰਾਵਣ ਮੌਕੇ ਦਾ ਅਵਤਾਰ ਆ। ਗੁਰਬਾਣੀ ਵੀ ਇਸ ਗੱਲ ਨੂੰ ਮੰਨਦੀ ਆ, ਤ੍ਰੇਤੈ ਤੈ ਮਾਣਿਓ ਰਾਮ ਰਘੁਵੰਸ਼ ਕਹਾਇਓ। ਰਾਵਣ ਨੂੰ ਮਾਰਨ ਵਾਸਤੇ ਭੀਸ਼ਣ ਨੇ ਗਿਆਨ ਵੀ ਦਿੱਤਾ ਰਾਮਚੰਦਰ ਨੂੰ ਕਿ ਜਿੰਨਾ ਚਿਰ ਇਹਦੀ ਨਾਭੀ 'ਚ ਤੀਰ ਨਹੀਂ ਵੱਜਦਾ ਰਾਵਣ ਮਰੇਗਾ ਨਹੀਂ। ਇਹਦੇ ਕੁਝ ਕਾਰਨ ਨੇ। ਅੱਜ ਆਪਾਂ ਸਬੱਬ ਨਾਲ ਇਕੱਠੇ ਹੋਏ ਆ, ਥੋੜੀ ਜਿਹੀ ਗਹਿਰੀ ਵਿਚਾਰ ਵੱਲ ਚੱਲੀਏ। ਨਾਭੀ ਦਾ ਕਾਰਨ ਕੀ? ਕਿਉਂਕਿ ਸਾਡੀ ਇਸ ਸਰੀਰ ਦੇ ਨਾਲ ਇੱਕ ਗੰਢ ਦਿੱਤੀ ਹੋਈ ਆ ਜਿਹੜੀ ਆਪਣੀ ਨਾਭੀ ਤੇ ਹੈ। ਜਿੰਨਾ ਚਿਰ ਉਹ ਗੰਢ ਖੁੱਲਦੀ ਨਹੀਂ, ਕਿਸੇ ਇਨਸਾਨ ਦੀ ਮੌਤ ਨਹੀਂ ਹੁੰਦੀ। ਪਾਤਸ਼ਾਹ ਗੁਰਬਾਣੀ 'ਚ ਆਪਾਂ ਨੂੰ ਸਮਝਾਉਂਦੇ ਨੇ, ਛਿਜੈ ਦੇ ਖੁੱਲੇ ਇੱਕ ਗੰਢ, ਖੁੱਲੀ ਗੰਢ ਉਠੋ ਲਿਖਿਆ ਆਇਆ ਰਾਮ। ਭੇਦ ਦੇਤਾ ਕਿ ਜਿੰਨਾ ਚਿਰ ਇਹਦੀ ਨਾਭੀ 'ਚ ਨਹੀਂ ਤੀਰ ਵੱਜਦਾ ਰਾਵਣ ਮਰੇਗਾ ਨਹੀਂ। ਹੁਣ ਰਾਵਣ ਲੜਾਈ ਵੀ ਕਰ ਰਿਹਾ ਤੇ ਸ਼ਬਦ ਦਾ ਅਭਿਆਸ ਵੀ ਕਰ ਰਿਹਾ। ਇਹ ਗੱਲਾਂ ਸ਼ਾਇਦ ਕਈ ਜੀਵਾਂ ਨੂੰ ਅੱਜ ਓਪਰੀਆਂ ਜੀਆਂ ਲੱਗਦੀਆਂ। ਗੁਰੂ ਸਾਹਿਬਾਨਾਂ ਵੇਲੇ ਦਾ ਵੀ ਆਪਾਂ ਇਤਿਹਾਸ ਪੜ੍ਹ ਲਓ ਕਿ ਵੱਡੇ ਵੱਡੇ ਘੇਰਿਆਂ 'ਚੋਂ ਗੁਰਮੁਖ ਨਿਕਲ ਜਾਂਦੇ ਸ਼ਬਦ ਦੇ ਅਭਿਆਸ ਦੁਆਰਾ। ਉਹਨਾਂ ਤੇ ਕੋਈ ਸ਼ਸਤਰ ਵਾਰ ਨਾ ਕਰਦਾ, ਇੱਥੋਂ ਤੱਕ ਕਿ ਉਹ ਅਲੋਪ ਵੀ ਹੋ ਜਾਂਦੇ। ਇਹ ਚਲੋ ਬਾਹਲੀਆਂ ਵੱਡੀਆਂ ਗੱਲਾਂ ਆਮ ਜੀਵਾਂ ਦੇ ਸਿਰ ਤੋਂ ਦੀ ਲੰਘ ਜਾਂਦੀਆਂ। ਆ ਪਿੱਛੇ ਜੇ ਲਹਿਰ ਚੱਲੀ ਧਰਮ ਯੁੱਧ ਮੋਰਚਾ, ਉਦੋਂ ਵੀ ਇਹੋ ਜਿਹੀਆਂ ਗੱਲਾਂ ਹੁੰਦੀਆਂ ਰਹੀਆਂ। ਰਾਵਣ ਲੜਾਈ ਵੀ ਕਰ ਰਿਹਾ, ਰਾਮਚੰਦਰ ਤੀਰ ਵੀ ਚਲਾ ਰਿਹਾ, ਪਰ ਉਹਦੇ ਤੀਰ ਨਹੀਂ ਵੱਜ ਰਿਹਾ। ਫਿਰ ਰਾਮਚੰਦਰ ਨੇ ਇੱਕ ਵਿਧੀ ਬਣਾਈ, ਆਕਾਸ਼ ਮੰਡਲ ਦੇ ਅੰਦਰ ਸ਼ੋਰ ਪਵਾਇਆ, ਰਣ ਭੂਮੀ ਦੇ ਅੰਦਰ। ਥੋੜਾ ਜਿਹਾ ਧਿਆਨ ਰਾਵਣ ਦਾ ਟੁੱਟਿਆ ਤੇ ਤੀਰ ਵੱਜਿਆ।
ਡਿੱਗਿਆ। ਫਿਰ ਆਪਣੇ ਭਰਾ ਲక్ష్మణ ਨੂੰ ਰਾਮਚੰਦਰ ਨੇ ਕਿਹਾ ਕਿ ਇਹਦੇ ਪੈਰਾਂ ਵੱਲ ਖੜ, ਵਿਦਵਾਨ ਬੰਦਾ, ਇਹ ਤੋਂ ਦ੍ਰਿਸ਼ਟੀ ਪਵਾ, ਕੁਝ ਸਿੱਖਿਆ ਲੈ। ਉਸ ਰਾਵਣ ਨੂੰ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੰਦਰ ਮੂਰਖ ਕਹਿਤਾ ਪਾਤਸ਼ਾਹ ਨੇ। ਲੰਕਾ ਗੜ ਸੋਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ। ਜਾਂ ਇਹ ਸਮਝ ਲਈਏ ਆਪਾਂ ਨੂੰ ਸਮਝਾਉਣ ਵਾਸਤੇ ਕਿ ਮੂਰਖੋ ਰਾਵਣ ਇੱਥੋਂ ਕੀ ਲੈ ਗਿਆ। ਕਹਿਣ ਦਾ ਮਤਲਬ ਧਰਮ ਦਾ ਗਿਆਨ ਵੀ ਲੈ ਲਿਆ, ਬਹੁਤ ਸਾਰੀ ਮਿਹਨਤ ਵੀ ਕਰ ਲਈ, ਪਰ ਜੀਵਨ ਦੀ ਬਾਜ਼ੀ ਫਿਰ ਵੀ ਹਾਰ ਗਿਆ। ਅੱਜ ਵੀ ਆਪਾਂ ਸੰਸਾਰ ਦੇ ਅੰਦਰ ਵੇਖ ਰਹੇ ਹਾਂ, ਬੜੀਆਂ ਧਰਮ ਦੀਆਂ ਸੰਸਥਾਵਾਂ ਨੇ, ਸਾਰੀਆਂ ਆਪੋ ਆਪਣੀਆਂ ਜਗ੍ਹਾ ਚੰਗੀਆਂ, ਮੁਬਾਰਕਬਾਦ। ਸਾਡੇ ਕੋਲੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਇੱਕ ਐਸਾ ਖਜ਼ਾਨਾ ਹੈ ਜੋ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਸਾਡੇ ਤੇ ਬਖਸ਼ਿਸ਼ ਕੀਤੀ। ਪੋਥੀ ਪਰਮੇਸ਼ਰ ਕਾ ਥਾਨ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹੁਕਮ ਕਰਤਾ, ਆਗਿਆ ਭਈ ਅਕਾਲ ਕੀ, ਤਬੇ ਚਲਾਇਓ ਪੰਥ। ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੀ ਯਾਦ 'ਚ ਆਪਾਂ ਜੁੜ ਰਹੇ ਹਾਂ, ਉਹਨਾਂ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਜਦੋਂ ਆਪਾਂ ਪੜ੍ਹਦੇ ਹਾਂ, ਜਿਹਨੂੰ ਆਪਾਂ ਜ਼ਿਆਦਾਤਰ ਵਿਰਾਗਮਈ ਬਾਣੀ ਕਹਿੰਦੇ ਹਾਂ, ਜਿਹੜੀ ਸਿੱਧੇ ਸ਼ਬਦਾਂ ਦੇ ਅੰਦਰ ਸਾਡੇ ਮਨ ਨੂੰ ਟੁੰਬ ਜਾਂਦੀ ਆ, ਸਾਨੂੰ ਸਮਝ ਆ ਜਾਂਦੀ ਹੈ। ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦਾ ਆਪਾਂ 400 ਸਾਲਾ ਪ੍ਰਕਾਸ਼ ਚੱਲ ਰਿਹਾ, ਉਹਦੇ ਸੰਬੰਧ 'ਚ ਸਮਾਗਮ, ਕਿਉਂਕਿ ਸਾਹਿਬ ਮੇਰਾ ਨੀਤ ਨਵਾ, ਜਿਨ੍ਹਾਂ ਦਾ ਸੰਸਾਰ ਦੇ ਅੰਦਰ ਪ੍ਰਗਟ ਹੋਣਾ ਵੀ ਵੱਖਰਾ। ਇਤਿਹਾਸ ਤੋਂ ਆਪਾਂ ਸਾਰੇ ਜਾਣੂ ਆ। 8ਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ, ਜਦੋਂ ਦਿੱਲੀ ਵਿਖੇ ਉਹਨਾਂ ਦਾ ਅੰਤਮ ਸਮਾਂ ਨੇੜੇ ਆਇਆ, ਭਾਈ ਗੁਰਬਖਸ਼ ਸਿੰਘ ਹੋਰਾਂ ਨੇ ਬੇਨਤੀ ਕੀਤੀ ਕਿ ਜੀ ਇਦੋਂ ਬਾਅਦ ਕਿਹਦੇ ਲੜ ਲਾਉਣਾ। ਇਸ਼ਾਰਾ ਬਾਬਾ ਬਕਾਲਾ ਦੀ ਧਰਤੀ ਵੱਲ ਹੋ ਗਿਆ। ਬਾਬਾ ਵਸੇ ਜੇ ਗ੍ਰਾਮ ਬਕਾਲੇ, ਬਨ ਗੁਰ ਸੰਗਤ ਸਕਲ ਸੰਭਾਲੇ। ਸਮਾਂ ਆਇਆ ਮੱਖਣ ਸ਼ਾਹ ਲਵਾਣੇ ਦੇ ਦੁਆਰਾ ਪ੍ਰਗਟ ਹੋ ਗਏ ਸੰਸਾਰ ਦੇ ਅੰਦਰ ਗੁਰੂ ਲਾਧੋਰੇ। ਉਹਨਾਂ ਨੇ ਸਾਨੂੰ ਜੀਵਨ ਦੇ ਅੰਦਰ ਕੈਸਾ ਮੋੜ ਆ ਗੁਰੂ ਨਾਨਕ ਦੇ ਘਰ ਦੇ ਅੰਦਰ। ਬਚਪਨ ਦੇ ਅੰਦਰ ਜੰਜੂ ਦਾ ਵਿਰੋਧ ਹੋ ਰਿਹਾ, 9ਵੇਂ ਜਾਮੇ 'ਚ ਜਾ ਕੇ ਜੰਜੂ ਤਿਲਕ ਦੀ ਰਾਖੀ ਲਈ ਕੁਰਬਾਨੀ ਹੋ ਰਹੀ ਹੈ। ਰਾਖਾ ਤਿਲਕ ਜੰਜੂ ਪ੍ਰਭ ਤਾਕਾ, ਕੀਨੋ ਵੱਡੋ ਕਲੂ ਮੇ ਸਾਕਾ। ਤੇ ਐਸਾ ਪਾਤਸ਼ਾਹ ਨੇ ਇਤਿਹਾਸ ਸਿਰਜਿਆ। ਕੁਝ ਲੋਕ ਹਿੰਦ ਦੀ ਚਾਦਰ ਕਹਿ ਕੇ ਉਹਨਾਂ ਨੂੰ ਯਾਦ ਕਰਦੇ, ਪਰ ਇੱਕ ਸੈਨਾਪਤ ਕਵੀ ਹੋਇਆ ਔਰੰਗਜ਼ੇਬ ਦੇ ਸਮੇਂ, ਉਹਨੇ ਸਾਰੀ ਸ੍ਰਿਸ਼ਟੀ ਦੀ ਚਾਦਰ ਕਹਿਤਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ। ਪ੍ਰਗਟ ਭੈ ਗੁਰੂ ਤੇਗ ਬਹਾਦਰ, ਸਗਲ ਸ੍ਰਿਸ਼ਟ ਭੈ ਢਾਪੀ ਚਾਦਰ। ਉਹਨਾਂ ਪਾਤਸ਼ਾਹ ਦਾ ਅੱਜ ਆਪਾਂ ਮਨਾ ਰਹੇ ਹਾਂ ਪੁਰਬ। ਜਦੋਂ ਗੁਰਮੁਖੋ ਇਤਿਹਾਸ ਆਪਾਂ ਪੜ੍ਹਦੇ ਹਾਂ, ਕਿਉਂਕਿ ਇਤਿਹਾਸ ਤੋਂ ਬਿਨਾਂ ਪ੍ਰੇਮ ਨਹੀਂ ਸਾਡੇ ਮਨ ਦੇ ਅੰਦਰ ਪੈਦਾ ਹੁੰਦਾ। ਅੱਜ ਦੀ ਤੇਜ਼ ਤਰਾਰ ਜ਼ਿੰਦਗੀ ਆ, ਬੜਾ ਗਿਆਨ ਆ ਲੋਕਾਂ ਕੋਲੇ ਧਰਮ ਦਾ, ਤੇ ਬਹੁਤ ਸਾਰੀ ਤਰਕ ਵੀ ਆ। ਇਸੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੈਠ ਕੇ ਅੱਜ ਦੇ ਬਹੁਤ ਸਾਰੇ ਪ੍ਰਚਾਰਕ ਰੱਬ ਦੀ ਹੋਂਦ ਤੋਂ ਮੁਨਕਰ ਹੋ ਰਹੇ ਆ। ਸਿੱਧੀ ਭਾਸ਼ਾ 'ਚ ਨਹੀਂ, ਬਲ ਬਿੰਗ ਪਾ ਕੇ ਹੋ ਰਹੇ ਆ। ਇਸੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ, ਜਿਹਦੇ ਅੰਦਰ ਸਾਨੂੰ ਸਾਡੇ ਮਾਲਕ ਦੀ ਇੰਨੀ ਸ਼ਕਤੀ ਦਾ ਬਿਆਨ ਕੀਤਾ ਗਿਆ ਕਿ ਉਹ ਚਾਹੇ ਤਾਂ ਉਹ ਬਿਨਾਂ ਸਵਾਸਾਂ ਤੋਂ ਸਾਨੂੰ ਜੀਵਤ ਰੱਖ ਸਕਦਾ ਹੈ। ਜਿੱਥੇ ਗੁਰਬਾਣੀ ਅੰਦਰ ਗਿਆਨ ਦਿੱਤਾ, ਉੱਥੇ ਪ੍ਰੈਕਟੀਕਲ ਵੀ ਹੋ ਰਿਹਾ। ਆ ਲੇਹ ਲਦਾਖ ਦੀ ਧਰਤੀ ਆ, ਸ਼ਾਇਦ ਤੁਹਾਡੇ ਚੋਂ ਸੰਗਤ ਦੇ ਵਿੱਚੋਂ ਕੋਈ ਫੌਜ ਦੇ ਅੰਦਰ ਉੱਥੇ ਸਮਾਂ ਬਤੀਤ ਕਰਕੇ ਆਇਆ ਹੋਵੇ। ਮੈਂ ਤਾਂ ਵੇਖਿਆ ਨਹੀਂ, ਦੱਸਦੇ ਆ ਕਿ ਉੱਥੇ ਇੰਨੀ ਬਰਫ਼ ਪੈ ਜਾਂਦੀ ਆ। ਆ ਜਿਹੜੇ ਡੱਡੂ ਆ 3-3 4-4 ਮਹੀਨੇ ਬਰਫ਼ ਦੇ ਅੰਦਰ ਫਿੱਟ ਹੋ ਜਾਂਦੇ ਆ। ਜਦੋਂ ਬਰਫ਼ ਖੁਰਦੀ ਫੇਰ ਚੱਲ ਪੈਂਦੇ ਆ। ਕਿੱਥੋਂ ਆ ਰਿਹਾ ਜੀ ਸਵਾਸ? ਫਿਰ ਪੜ੍ਹਦੇ ਆ ਨਾ ਆਪਾਂ ਗੁਰਬਾਣੀ 'ਚ, ਪ੍ਰਭ ਭਾਵੇ ਬਿਨ ਸਾਸ ਤੇ ਰੱਖੈ। ਜੇ ਗੁਰੂ ਨਾਨਕ ਦਾ ਘਰ ਇਹ ਗਿਆਨ ਦੇ ਰਿਹਾ ਸਾਨੂੰ ਕਿ ਮਿਰਤਕ ਕਉ ਜੀ ਵਾਲਣ ਹਾਰ, ਕੱਲਾ ਗਿਆਨ ਹੀ ਨਹੀਂ ਦਿੱਤਾ ਗਿਆ, ਪ੍ਰੈਕਟੀਕਲ ਵੀ ਕਰਕੇ ਦਿਖਾਤੇ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 5 ਪਿਆਰਿਆਂ ਦੀ ਸਾਜਨਾ ਕੀਤੀ,
ਪ੍ਰੈਕਟੀਕਲ ਹੋ ਰਿਹਾ। ਤੇ ਇਸੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਅੱਜ ਬੈਠੇ ਹੋਏ ਪ੍ਰਮਾਤਮਾ ਦੀ ਬੰਦਗੀ ਤੋਂ ਟੁੱਟੇ ਹੋਏ ਲੋਕ ਆਪ ਵੀ ਟੁੱਟ ਚੁੱਕੇ ਆ ਤੇ ਸਾਨੂੰ ਵੀ ਤੋੜ ਰਹੇ ਆ। ਸਾਡੇ ਕੋਲੇ ਆਸਰਾ ਕਾਹਦਾ ਰਵੇਗਾ? ਸਾਨੂੰ ਸੁਚੇਤ ਹੋਣ ਦੀ ਲੋੜ ਆ। ਕੋਈ ਵੀ ਮੇਰੇ ਵਰਗਾ ਇਸ ਸਟੇਜ ਤੇ ਬੈਠ ਕੇ ਬੋਲੇ, ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਗੱਲ ਪਾਸੇ ਜਾਂਦੀ ਹੈ ਸਾਨੂੰ ਪੁੱਛ ਲੈਣ ਦਾ ਫਰਜ਼ ਹੈ। ਇਸੇ ਸਟੇਜ ਤੇ ਬਹਿ ਕੇ ਤੁਹਾਨੂੰ ਕੋਈ ਗਿਆਨ ਦੇਵੇ ਕਿ ਤੁਹਾਨੂੰ ਬਾਣੀ ਬਹੁਤੀ ਪੜ੍ਹਨ ਦੀ ਲੋੜ ਨਹੀਂ, ਪੁੱਛਣ ਦਾ ਸਾਡਾ ਫਰਜ਼ ਬਣਦਾ ਵੀ ਗੁਰੂ ਤਾਂ ਕਹਿੰਦਾ ਪੜ੍ਹੋ। ਤੁਸੀਂ ਆਈ ਇਸ ਕੰਮ ਨੂੰ ਆਇਓ ਪੜ੍ਹਨ ਸੁਣਨ ਕੋ ਬਾਣੀ। ਕੋਈ ਸਿਰ ਫਿਰਿਆ ਪ੍ਰਚਾਰ ਕਿੱਥੇ ਬਹਿ ਕੇ ਗੱਲ ਕਰੇ, ਤੁਹਾਨੂੰ ਪ੍ਰਮਾਤਮਾ ਦਾ ਸਿਮਰਨ ਕਰਨ ਦੀ ਲੋੜ ਨਹੀਂ। ਸਾਡਾ ਫਰਜ਼ ਬਣ ਜਾਂਦਾ ਸੰਗਤ 'ਚ ਉੱਠ ਕੇ ਪੁੱਛਣ ਦਾ ਕਿ ਭਾਈ ਸਾਡਾ ਗੁਰੂ ਤਾਂ ਕਹਿੰਦਾ ਸੌਖੀ ਸਿਮਰਨ ਨਾਲ ਹੋਊਗਾ, ਸਿਮਰੋ ਸਿਮਰ ਸਿਮਰ ਸੁਖ ਪਾਵੋ। ਸਾਡਾ ਗੁਰੂ ਤਾਂ ਇਹ ਕਹਿੰਦਾ ਬਾਰੰਬਾਰ ਬਾਰ ਪ੍ਰਭ ਜਪੀਐ, ਪੀ ਅੰਮ੍ਰਿਤ ਇਹੋ ਮਨ ਤਨ ਧਰਪੀਐ। ਸਾਸ ਗਰਾਸ ਦੀ ਗੱਲ ਚੱਲਦੀ ਹੈ, ਸਾਸ ਦੀ ਗੱਲ ਚੱਲਦੀ ਹੈ। ਅੱਜ ਆਪਾਂ ਸੰਗਰਾਂਦ ਦਾ ਦਿਹਾੜਾ ਮਨਾਇਆ ਹੋਵੇਗਾ। 12 ਮਾਹਾਂ ਦੀ ਬਾਣੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਸਾਡੇ ਤੇ ਕਿਰਪਾ ਕਰਕੇ 12 ਮਹੀਨਿਆਂ ਦੇ ਸੰਬੰਧ 'ਚ ਅਖੀਰ ਰਿਜ਼ਲਟ ਕੀ ਕੱਢ ਕੇ ਦੱਸਿਆ? ਜਨ ਜਨ ਨਾਮ ਧਿਆਇਆ ਤਿਨ ਕੇ ਕਾਜ ਸਰੇ, ਹਰ ਗੁਰ ਪੂਰਾ ਅਰਾਧਿਆ ਦਰਗਹਿ ਸੱਚ ਖਰੇ। ਕੇ ਕੀ ਭਾਈ ਤੂੰ ਸਾਨੂੰ ਖਰੇ ਨਹੀਂ ਹੋਣ ਦੇ ਦੇਣਾ ਚਾਹੁੰਦਾ? ਤੂੰ ਸਾਡੇ ਕਾਰਜ ਨਹੀਂ ਸਵਾਰਨ ਦੇਣੇ ਚਾਹੁੰਦਾ? ਸਾਨੂੰ ਤਾਂ ਬਾਣੀ ਸਮਝਾਉਂਦੀ ਹੈ, ਜਿਨੀ ਨਾਮ ਧਿਆਇਆ ਗਏ ਮਸਕਤ ਘਾਰ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ। ਨਾਲ ਵੀ ਸਾਡੇ ਤੂੰ ਮੁਖ ਭਾਈ ਉਜਲੇ ਨਹੀਂ ਹੋਣੇ ਦੇਣੇ ਚਾਹੁੰਦਾ। ਆਪਾਂ ਸੁਣ ਰਹੇ ਸੀ ਭਾਈ ਨੰਦ ਲਾਲ ਜੀ ਦਾ ਸ਼ਬਦ, ਗੁਰਸਿੱਖ ਦੀ ਰਹਿਤ, ਬੜੇ ਪਿਆਰ ਨਾਲ ਆਪਾਂ ਨੂੰ ਸਰਵਣ ਕਰਵਾਈ। ਉੱਥੇ ਸ਼ੁਰੂਆਤ ਹੀ ਇੱਥੋਂ ਹੁੰਦੀ, ਗੁਰਸਿੱਖ ਰਹਿਤ ਸੁਨੋ ਮੇਰੇ ਮੀਤ, ਉੱਠ ਪ੍ਰਭਾਤ ਕਰੋ ਹਿਤ ਚੀਤ, ਵਾਹਿਗੁਰੂ ਪਨ ਮੰਤਰੋ ਸੋ ਜਾਪ, ਕਰ ਇਸ਼ਨਾਨ ਪੜ੍ਹੇ ਜਪ ਜਾਪ। ਕਿਤੇ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਮਾਫ ਕਰਨ, ਅੱਜ ਵੱਖ-ਵੱਖ ਸੰਸਥਾਵਾਂ ਨੇ ਸਾਰੀਆਂ ਮੁਬਾਰਕਬਾਦ, ਪਰ ਜਿਉ ਸਾਡੇ ਨਿਤ ਦੀ ਕਰਮੀ ਆ ਕਰਨੀ ਆ। ਕੀ ਪਾਤਸ਼ਾਹ ਸਮਝਾ ਰਹੇ ਆ? ਹੁਣ ਤਾਂ ਬਖਰੇਵੇਂ ਨੇ, ਇੱਕ ਸੰਸਥਾ ਵਾਲਾ ਕੁਝ ਹੋਰ ਦੱਸਦਾ, ਦੂਸਰੀ ਵਾਲਾ ਕੁਝ ਹੋਰ ਦੱਸੇਗਾ। ਆਪਾਂ ਇਹ ਵਿਵਾਦ 'ਚ ਨਾ ਜਾਓ, ਗੁਰੂ ਨੂੰ ਪੁੱਛੋ ਕਿ ਮਹਾਰਾਜ ਸਾਡੀ ਰੋਜ਼ ਦਾ ਕਰਮ ਕੀ ਹੋਣਾ ਚਾਹੀਦਾ। ਫਿਰ ਮਹਾਰਾਜ ਸਾਨੂੰ ਕੀ ਸਮਝਾਉਣਗੇ? ਮਹਾਰਾਜ ਕਹਿੰਦੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ। ਹੁਣ ਵਿਚਾਰ ਹੇਠ ਆਪਾਂ ਰਹਿਣਾ। ਤੁਸੀਂ ਆਪਦੇ ਮਨਾਂ 'ਚ ਝਾਤੀ ਮਾਰਿਓ, ਮੈਂ ਆਪਦੇ ਅੰਦਰ ਝਾਤੀ ਮਾਰੂ ਕਿ ਆਪਾਂ ਗੁਰੂ ਮਤ ਅਨੁਸਾਰ ਹਰ ਰੋਜ਼ ਚੱਲ ਰਹੇ ਹਾਂ। ਜੇ ਚੱਲਦੇ ਹਾਂ ਤਾਂ ਮੁਬਾਰਕਬਾਦ, ਬਹੁਤ ਖੁਸ਼ੀਆਂ। ਜੇ ਨਹੀਂ ਤਾਂ ਫਿਰ ਅੱਜ ਅਰਦਾਸ ਕਰੀਏ। ਪਾਤਸ਼ਾਹ ਕਹਿੰਦੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉੱਠ ਹਰ ਨਾਮ ਧਿਆਵੇ। ਮਾਰੋ ਜੀ ਝਾਤੀ, ਸਾਰੇ ਧਿਆਉਨੇ ਆ ਨਾਮ। ਜਿਹੜੇ ਧਿਆਉਂਦੇ ਆ ਬਹੁਤ ਚੰਗੀ ਗੱਲ ਆ, ਨਹੀਂ ਫਿਰ ਯਤਨ ਕੀਤਾ ਜਾਵੇ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉੱਠ ਹਰ ਨਾਮ ਧਿਆਵੇ। ਉਦਮ ਕਰੇ ਭਲ ਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨਾਵੇ। ਗਹਿਰਾਈ ਇੱਥੇ ਥੋੜੀ ਜੀ। ਅੰਮ੍ਰਿਤਸਰ ਸੱਚਖੰਡ ਦਰਬਾਰ ਸਾਹਿਬ ਆਪਣੇ ਇਸ ਨਗਰ ਤੋਂ 1.5 ਪੌਣੇ 200 ਕਿਲੋਮੀਟਰ ਜਾਉਂਗੇ ਜੀ ਰੋਜ਼। ਵਿਦੇਸ਼ਾਂ 'ਚ ਬੈਠੇ ਆ ਜੀਵ ਜਾਣਗੇ ਰੋਜ਼, ਔਖਾ ਨਾ। ਕਿਹੜੇ ਅੰਮ੍ਰਿਤਸਰ ਦੀ ਗੱਲ ਕੀਤੀ ਹੈ? ਫਿਰ ਉਹ ਸਾਡੀ ਇਸ ਕਾਇਆ ਦੇ ਅੰਦਰ ਹੈ ਇੱਕ ਸਰੋਵਰ, ਜਿਹਨੂੰ ਆਤਮ ਤੀਰਥ ਦਾ ਨਾਮ ਦਿੱਤਾ ਗਿਆ, ਜਿਹਨੂੰ ਆਪਾਂ ਗੁਰਬਾਣੀ 'ਚ ਪੜ੍ਹਦੇ ਹਾਂ, ਸੱਚ ਤਾਂ ਪਰ ਜਾਣੀਏ ਜੇ ਆਤਮ ਤੀਰਥ ਕਰੇ ਨਿਵਾਸ। ਉਸ ਅੰਮ੍ਰਿਤਸਰ 'ਚ ਮਹਾਰਾਜ ਕਹਿੰਦੇ ਰੋਜ਼ ਇਸ਼ਨਾਨ ਕਰੋ, ਜਿੱਥੇ ਤੁਹਾਡੇ ਮਨ ਦੀ ਮੈਲ ਉਤਰੇਗੀ। ਸਾਧਨ ਕੀ ਆ? ਸਤਿਗੁਰੂ ਪਾਤਸ਼ਾਹ ਸਾਨੂੰ ਸਮਝਾ ਰਹੇ ਆ, ਸਤਿਗੁਰ ਸੇਵਿਐ ਸਦਾ ਸੁਖ, ਜਨਮ ਮਰਨ ਦੁਖ ਜਾਏ, ਚਿੰਤਾ ਮੂਲ ਨਾ ਹੋਵਈ, ਅਚਿੰਤ ਵਸੈ ਮਨ ਆਏ, ਅੰਤਰ ਤੀਰਥ ਗਿਆਨ ਹੈ, ਸਤਿਗੁਰ ਦੀਆ ਬੁਝਾਏ, ਮੈਲ ਗਈ ਮਨ ਨਿਰਮਲ ਹੋਆ, ਅੰਮ੍ਰਿਤਸਰ ਤੀਰਥ ਨਹਾਏ, ਸੱਜਣ ਮਿਲੇ ਸੱਜਣਾ, ਸੱਚੇ ਸ਼ਬਦ ਸੁਭਾਏ, ਘਰ ਹੀ ਪਰਚਾ ਪਾਇਆ, ਜੋਤੀ ਜੋਤ ਮਿਲਾਏ।
ਕਬੀਰ ਸਾਹਿਬ ਦਾ ਸ਼ਬਦ ਆਪਾਂ ਸਰਵਣ ਕਰ ਰਹੇ ਸੀ, ਭਰਮ ਹੀ ਨਹੀਂ ਛੱਡਿਆ। ਉੱਥੇ ਪੁੱਛਿਆ ਗਿਆ ਕਬੀਰ ਜੀ ਤੋਂ, ਕਹਿੰਦੇ ਜੀ ਲੋਕ ਚਿੰਤਾ ਤੋਂ ਮੁਕਤ ਨਹੀਂ ਹੁੰਦੇ, ਜਿਵੇਂ ਅੱਜ ਆਪਣੀ ਹਾਲਤ, ਚਿੰਤਾ ਤੋਂ ਮੁਕਤ ਨਹੀਂ ਹੁੰਦੇ। ਧਾਰਮਿਕ ਗ੍ਰੰਥ ਵੀ ਪੜ੍ਹਦੇ ਆ, ਕੀ ਫਿਰ ਆਪਾਂ ਸੁਣ ਰਹੇ ਸੀ, ਵੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ। ਉਹ ਕਹਿੰਦੇ ਵੇਦਾਂ ਦੇ ਅੰਦਰ, ਕਤੇਬਾਂ ਦੇ ਅੰਦਰ, ਕਿਉਂਕਿ ਮੁਸਲਮਾਨ ਕਤੇਬ ਕਹਿੰਦੇ ਆ ਤੇ ਹਿੰਦੂ ਵੇਦ ਕਹਿੰਦੇ ਆ, ਇਹਨਾਂ ਦੇ ਅੰਦਰ ਗਿਆਨ ਦਿੱਤਾ ਗਿਆ। ਕਈ ਵਾਰ ਉਸ ਗਿਆਨ ਨੂੰ ਇਨਸਾਨ ਆਪਦੇ ਕੋਲੋਂ ਵੀ ਵਧਾ ਲੈਂਦੇ ਆ, ਪਰ ਦਿਲ ਕਾ ਫਿਕਰ ਨਾ ਜਾਏ। ਕਹਿੰਦੇ ਦਿਲ ਦਾ ਫਿਕਰ ਫੇਰ ਨਹੀਂ ਦੂਰ ਹੁੰਦਾ। ਜਿਵੇਂ ਅੱਜ ਬਹੁਤ ਸਾਰੇ ਗੁਰਮੁਖ ਐਸੇ ਆ ਜਿਹੜੇ ਕਹਿੰਦੇ ਜੀ ਬਾਣੀ ਬਹੁਤ ਪੜ੍ਹਦੇ ਆ ਪਰ ਚਿੰਤਾ ਵੀ ਬਹੁਤ। ਕਾਰਨ ਆ ਨਾ ਕੋਈ ਨਾ ਕੋਈ। ਜਦੋਂ ਗੁਰਬਾਣੀ ਪੜ੍ਹਦੇ ਆ, ਪਾਤਸ਼ਾਹ ਕਹਿੰਦੇ ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਤੇ ਕੀ ਸਮਝਾਇਆ ਭਗਤ ਕਬੀਰ ਜੀ ਨੇ, ਕਹਿੰਦੇ ਵੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ। ਕਹਿੰਦੇ ਜਿੰਨਾ ਚਿਰ ਤੁਹਾਡੀ ਸੁਰਤੀ, ਤੁਹਾਡਾ ਮਨ ਖੁਦਾ ਦੇ ਨਾਲ ਨਹੀਂ ਜੁੜਦਾ, ਉਨਾ ਚਿਰ ਤੁਹਾਡੇ ਦਿਲ ਦਾ ਫਿਕਰ ਨਹੀਂ ਦੂਰ ਹੋ ਸਕਦਾ, ਜਿੰਨਾ ਕੋਈ ਮਰਜ਼ੀ ਜ਼ੋਰ ਲਾ ਲੇ ਜੀ। ਸਾਰਾ ਸੰਸਾਰ ਫਿਕਰ 'ਚ ਹੈ। ਹੁਣ ਫਿਕਰ ਸ਼ੁਰੂ ਕਿੱਥੋਂ ਹੁੰਦੇ ਆ, ਉਹ ਗੁਰਬਾਣੀ 'ਚ ਆਪਾਂ ਨੂੰ ਸਮਝਾਇਆ ਪਿਆ। ਅਸੀਂ ਖੋਜ ਕੀ ਕਰਨੀ ਆ, ਉਹ ਕਹਿੰਦੇ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਕੀ ਖੋਜਣਾ, ਇਹ ਜੋ ਦੁਨੀਆ ਸੇਹਰ ਮੇਲਾ ਦਸਤਗੀਰੀ ਨਾਹੇ। ਕਹਿੰਦੇ ਹਰ ਰੋਜ਼ ਉੱਠ ਕੇ ਇਹ ਖੋਜ ਕਰਿਆ ਕਰ ਕਿ ਆ ਜਿਹੜੀ ਦੁਨੀਆ ਦੇ ਨਾਲ ਤੂੰ ਜੁੜਿਆ, ਇਹ 'ਚ ਕੋਈ ਤੇਰਾ ਮਦਦਗਾਰ ਹੈ। ਦਸਤਗੀਰ ਕਹਿੰਦੇ ਆ ਜੀ ਮਦਦਗਾਰ। ਇਹ ਜੋ ਦੁਨੀਆ ਸੇਹਰ ਮੇਲਾ ਦਸਤਗੀਰੀ ਨਾਹੇ, ਇਹ ਤਾਂ ਇੱਕ ਤਮਾਸ਼ਾ ਮੇਲਾ। ਜਿਹੜੇ ਮੇਲੇ 'ਚ ਆਪਾਂ ਚੱਲ ਰਹੇ ਆ, ਇੱਥੇ ਮਦਦਗੀਰ ਕੌਣ ਆ ਜੀ ਕਿਸੇ ਦਾ? ਸੁੱਖਾਂ ਵੇਲੇ ਨੌਵੇਂ ਪਾਤਸ਼ਾਹ ਆਪਾਂ ਨੂੰ ਸਮਝਾਉਂਦੇ, ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੂ ਦਿਸ ਘੇਰੈ, ਬਿਪਤ ਪਰੀ ਸਭ ਹੀ ਸੰਗ ਛਾੜਤ, ਕੋ ਨ ਆਬਤ ਨੇਰੈ। ਰੱਬ ਕਰੇ ਕਿਸੇ ਤੇ ਜਿਉਂਦੇ ਜੀ ਵਕਤ ਪਵੇ ਨਾ, ਬੜਾ ਔਖਾ ਕੱਟਣਾ ਜਦੋਂ ਪੈਂਦਾ। ਗੱਲਾਂ ਕਰਨੀਆਂ ਸੌਖੀਆਂ, ਪਰ ਇੱਕ ਗੁਰਮੁਖੋ ਸਮਾਂ ਹਰੇਕ ਤੇ ਆਊਗਾ ਹੀ, ਜਿਹੜਾ ਆਖਰੀ ਆ। ਉਦੋਂ ਵੱਡਾ ਕੋਈ ਵਕਤ ਦਾ ਸਮਾਂ ਨਹੀਂ। ਕਿਹਦੇ ਵਾਸਤੇ? ਜਿਹਨੇ ਸਿੱਖਿਆ ਨਹੀਂ ਲਈ, ਜਿਹਨੇ ਇਹ ਸੰਸਾਰ ਨੂੰ ਸੱਚ ਮੰਨ ਲਿਆ, ਜਿਹਨੇ ਤਾਂ ਗੁਰਬਾਣੀ ਦੀ ਸਿੱਖਿਆ ਲੈ ਕੇ ਜਾਂ ਜਿਹੋ ਜਿਹੇ ਧਰਮ 'ਚ ਪੈਦਾ ਹੋਇਆ ਉਹਦੀ ਸਿੱਖਿਆ ਲੈ ਕੇ ਇਸ ਸੁਪਨੇ ਨੂੰ ਸੁਪਨਾ ਮੰਨ ਲਿਆ, ਉਹ ਤਾਂ ਸੌਖਾ ਛੱਡ ਜਾਊਗਾ। ਜਿਹਨੇ ਇਹਨੂੰ ਸੱਚ ਮੰਨ ਲਿਆ, ਉਹਦੇ ਲਈ ਬੜਾ ਮੁਸ਼ਕਲ ਦਾ ਸਮਾਂ ਹੋਊਗਾ। ਪੜ੍ਹਦੇ ਹਨ ਆਪਾਂ, ਜੈਸਾ ਜੈਸੇ ਸੁਪਨਾ ਰਹਿਣ ਕਾ ਤੈਸਾ ਇਹ ਸੰਸਾਰ, ਬੋਲਤਾ ਮੈਂ ਵੀ ਬੋਲਤਾ, ਮੰਨਣ ਨੂੰ ਮੈਂ ਵੀ ਤਿਆਰ ਨਹੀਂ ਵੀ ਸੁਪਨਾ। ਜਿਵੇਂ ਸੁਪਨੇ ਦੇ ਅੰਦਰ ਆਪਾਂ ਵੇਖਦੇ ਆ, ਉਦੋਂ ਨਹੀਂ ਪਤਾ ਲੱਗਦਾ ਕਿ ਸੁਪਨਾ ਵੇਖ ਰਹੇ ਆ, ਜਦੋਂ ਅੱਖ ਖੁੱਲਦੀ ਆ ਫੇਰ ਪਤਾ ਲੱਗਦਾ ਕਿ ਵਾਕਈ ਸੁਪਨਾ ਸੀ। ਇਸੇ ਤਰ੍ਹਾਂ ਜਿੰਨਾ ਚਿਰ ਅਸੀਂ ਖੋਜੀ ਨਹੀਂ ਬਣਦੇ, ਅਸੀਂ ਤ੍ਰੈ ਗੁਣਾਂ ਦੀ ਨੀਂਦ ਚੋਂ ਜਾਗਦੇ ਨਹੀਂ, ਉਨਾ ਚਿਰ ਇਹ ਸੰਸਾਰ ਸੁਪਨਾ ਦਿਸੇਗਾ ਨਹੀਂ ਹਕੀਕਤ 'ਚ। ਪਾਤਸ਼ਾਹ ਰੋਜ਼ ਸਮਝਾਉਂਦੇ ਨੇ, ਤਿਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ, ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ, ਬੋਲੇ ਹੈ ਅੰਮ੍ਰਿਤ ਬਾਣੀ। ਜਿੰਨਾ ਚਿਰ ਅਸੀਂ ਤ੍ਰੈ ਗੁਣਾਂ ਦੇ ਅੰਦਰ ਖੇਡਦੇ ਆ, ਉਨਾ ਚਿਰ ਅਸੀਂ ਸੁੱਤੇ ਆ ਸਾਰੇ। ਤ੍ਰੈ ਗੁਣਾਂ ਦਾ ਭੇਦ ਹੋਊਗਾ, ਜਿਹਨੂੰ ਨਹੀਂ ਥੋੜਾ ਜਿਹਾ ਆਪਾਂ ਸਾਂਝ ਪਾ ਲਈਏ ਕਿ ਇਕੱਠੇ ਹੋਏ ਆ। ਰਜੋ ਗੁਣਾ, ਤਮੋ ਗੁਣਾ ਔਰ ਸਤੋ ਗੁਣਾ, ਇਹ ਤਿੰਨਾਂ ਗੁਣਾਂ ਦੇ ਅੰਦਰ ਸੰਸਾਰ ਖੇਡ ਰਿਹਾ ਤੇ ਸੁੱਤਾ ਵੀ ਪਿਆ। ਰਜੋ ਗੁਣ ਕਹਿੰਦੇ ਨੇ ਆਸ਼ਾ ਅਭਿਲਾਸ਼ਾ ਤ੍ਰਿਸ਼ਨਾਵਾਂ ਦੇ ਜਾਲ ਨੂੰ। ਤਮੋ ਗੁਣ ਕਹਿੰਦੇ ਨੇ ਜਦੋਂ ਸਾਡੇ ਵਿਚਾਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਝੂਠ ਚੁਗਲੀ ਨਿੰਦਿਆ ਈਰਖਾ ਦੇ ਚੱਲਦੇ। ਸਤੋ ਗੁਣ ਕਹਿੰਦੇ ਆ ਜਦੋਂ ਸਾਡੇ ਅੱਛੇ ਵਿਚਾਰ ਆ, ਸਤੋ ਗੁਣੀ, ਤੇ ਜਿੱਥੇ ਦਇਆ ਧਰਮ ਸਹਿਣਸ਼ੀਲਤਾ ਨਿਮਰਤਾ ਆਦਿਕ ਗੁਣ ਪੈਦਾ ਹੋ ਜਾਣ।
ਪਰ ਇਹ ਤਿੰਨੇ ਗੁਣਾਂ ਦੇ ਅੰਦਰ ਹੁਣ ਪਾਤਸ਼ਾਹ ਕਹਿੰਦੇ ਸੁੱਤਾ ਪਿਆ ਸੰਸਾਰ। ਚਲੋ ਮੰਨ ਲਓ ਵੀ ਦੋ ਤਾਂ ਮਾੜੇ ਆ, ਰਜੋ ਗੁਣ ਤੇ ਬੰਦੇ ਦੇ ਲੋਭ ਲਾਲਚ ਪੈਦਾ ਹੋ ਜਾਂਦਾ, ਚੰਗੇ ਤੋਂ ਚੰਗਾ ਖਾਣਾ, ਚੰਗੇ ਤੋਂ ਚੰਗਾ ਪਹਿਨਣਾ, ਚੰਗੇ ਤੋਂ ਚੰਗਾ ਲੋੜਨਾ, ਬਾਦਸ਼ਾਹੀ ਖਿਆਲ, ਤੇ ਤਮੋ ਗੁਣ ਤਾਂ ਹੈ ਹੀ ਮਾੜਾ। ਤੇ ਫਿਰ ਸਤੋ ਗੁਣ ਤਾਂ ਵਧੀਆ ਜੀ, ਜਿੱਥੇ ਅੱਜ ਦਾ ਧਰਮ ਦਾ ਗਿਆਨ ਖੜਾ ਜਾਂ ਆਮ ਲੋਕਾਂ ਦਾ ਗਿਆਨ ਆ, ਕਹਿੰਦੇ ਜੀ ਅੱਛੇ ਕਰਮ ਕਰੋ, ਝੂਠ ਨਾ ਬੋਲੋ, ਠੱਗੀਆਂ ਨਾ ਮਾਰੋ, ਤੇ ਤੁਹਾਨੂੰ ਇਦੋਂ ਵੱਧ ਕੁਝ ਨਹੀਂ ਕਰਨ ਦੀ ਲੋੜ। ਬਹੁਤ ਚੰਗੀ ਗੱਲ ਆ ਜੀ। ਜੇ ਕਿਸੇ 'ਚ ਅੱਜ ਦੇ ਸਮੇਂ 'ਚ ਇਹ ਗੁਣ ਹਨ, ਝੂਠ ਨਹੀਂ ਬੋਲਦਾ, ਠੱਗੀ ਨਹੀਂ ਮਾਰਦਾ, ਪਰਾਇਆ ਹੱਕ ਨਹੀਂ ਖਾਂਦਾ, ਨਿੰਦਿਆ ਚੁਗਲੀ ਨਹੀਂ ਕਰਦਾ, ਬਹੁਤ ਵਧੀਆ ਗੁਣ ਆ। ਬਹੁਤ ਘੱਟ ਲੋਕਾਂ 'ਚ ਹੋਣਗੇ ਹਕੀਕਤ 'ਚ। ਪਰ ਜੇ ਕਿਸੇ 'ਚ ਹੈ, ਪਾਤਸ਼ਾਹ ਕਹਿੰਦੇ ਇਹ ਵੀ ਸੱਜਣਾ ਸੁੱਤਾ ਹੀ ਪਿਆ ਮਨ ਇੱਥੇ, ਮਾਇਆ ਦੇ ਦਾਇਰੇ 'ਚ ਹੀ ਖੇਡੀ ਜਾਂਦਾ। ਕਿਉਂ? ਇਹਨਾਂ ਗੁਣਾਂ ਦਾ ਹੰਕਾਰ ਪੈਦਾ ਹੋ ਜਾਂਦਾ। ਮੈਂ ਦੀ ਆਵਾਜ਼ ਆਉਣੀ ਸ਼ੁਰੂ ਹੋ ਜਾਊਗੀ। ਇਦੋਂ ਉੱਪਰ ਇੱਕ ਹੋਰ ਪਦ, ਜਿੰਨਾ ਚਿਰ ਉੱਥੇ ਨਹੀਂ ਪਹੁੰਚਦੇ ਉਨਾ ਚਿਰ ਸਾਡਾ ਮਨ ਜਾਗੇਗਾ ਨਹੀਂ। ਜਿਹਨੂੰ ਪਾਤਸ਼ਾਹ ਗੁਰਬਾਣੀ 'ਚ ਸਮਝਾਉਂਦੇ ਨੇ, ਰਜ ਗੁਣ, ਤਮ ਗੁਣ, ਸਤ ਗੁਣ ਕਹੀਐ, ਇਹ ਤੇਰੀ ਸਭ ਮਾਇਆ, ਚੌਥੇ ਪਦ ਕੋ ਜੋ ਨਰ ਚੀਨੇ, ਤਿਨੀ ਪਰਮ ਪਦ ਪਾਇਆ। ਇਦੋਂ ਉੱਪਰ ਜਿਹੜਾ ਜੀਵ ਉੱਠਦਾ, ਜਿਹਨੂੰ ਚੌਥਾ ਪਦ ਕਹਿਤਾ ਗੁਰਬਾਣੀ 'ਚ, ਤੁਰਿਆ ਅਵਸਥਾ ਦਾ ਨਾਮ ਦੇ ਦਿੱਤਾ ਗਿਆ, ਜਿਹਨੂੰ ਮੋਖ ਦਾ ਹੱਟ ਕਹਿਤਾ, ਜਿੰਨਾ ਚਿਰ ਉੱਥੇ ਨਹੀਂ ਜੀਵ ਪਹੁੰਚਦਾ, ਸਾਡੀ ਚਿੰਤਾ ਖਤਮ ਹੋਵੇਗੀ ਨਹੀਂ। ਫਿਰ ਕੀ ਭਗਤ ਕਬੀਰ ਜੀ ਸਮਝਾ ਰਹੇ ਸੀ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ, ਕਿ ਰੱਬ ਤਾਂ ਭਾਈ ਦੂਰ ਹੀ ਨਹੀਂ ਹੈ, ਝਗੜੇ ਆ। ਜਿਵੇਂ ਅਗਾਂਹ ਸ਼ਬਦ 'ਚ ਦੱਸਿਆ ਸੀ ਵੀ ਹਿੰਦੂ ਸ਼ਿਆਮ ਦੀ ਮੂਰਤ 'ਚ ਲੱਭਦੇ ਆ, ਮੁਸਲਮਾਨ ਸੱਤਵੇਂ ਅਸਮਾਨ 'ਚ ਲੱਭਦੇ ਆ। ਮੈਂ ਨੇੜੇ ਕਰਦੇ ਆ ਵਿਚਾਰੇ ਸ਼ਬਦ ਦੀ, ਉਹ ਕਹਿੰਦੇ ਹੈ ਤੁਹਾਡੇ ਅੰਦਰ। ਹਾਂਜੀ, ਇਹੀ ਗੁਰਬਾਣੀ ਨੌਵੇਂ ਪਾਤਸ਼ਾਹ ਦੀ ਸਮਝਾਉਂਦੀ ਆਪਾਂ ਨੂੰ। ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੇ ਸੰਗ ਸਮਾਈ, ਪੋਹਪ ਮਦ ਜਿਉ ਬਾਸ ਬਸਤ ਹੈ, ਮੁਕਰ ਮਹਿ ਜੈਸੇ ਸ਼ਾਈ, ਤੈਸੇ ਹੀ ਹਰ ਬਸੋ ਨਿਰੰਤਰ, ਘਟ ਹੀ ਖੋਜੋ ਭਾਈ। ਹੁਣ ਖੋਜ ਕਿੱਥੋਂ ਸ਼ੁਰੂ ਹੋਵੇਗੀ? ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸੇਹਰ ਮੇਲਾ, ਦਸਤਗੀਰੀ ਨਾਹੇ। ਮਹਾਰਾਜ ਕਹਿੰਦੇ ਇੱਥੇ ਤੇਰਾ ਮਦਦਗਾਰ ਕੋਈ ਨਹੀਂ। ਕਦੋਂ? ਜਦੋਂ ਆਖਰੀ ਸਮਾਂ ਆਵੇਗਾ। ਕਰ ਸਕਦੇ ਹਾਂ ਜੀ ਕਿਸੇ ਦੀ ਮਦਦ ਆਪਾਂ, ਬਈ ਤੂੰ ਨਾ ਭਾਈ ਮਰ, ਅਸੀਂ ਮਰ ਜੀਏ, ਨਾ ਹੋਣਾ ਨਾ ਕੋਈ ਕਰੇ। ਅਸੀਂ ਤਾਂ ਸਿਰ ਨਹੀਂ ਕਿਸੇ ਦਾ ਹਟਾ ਸਕਦੇ ਵੀ ਤੇਰਾ ਲੱਗ ਜੇ, ਤੇਰਾ ਹਟ ਜੇ, ਮੇਰਾ ਲੱਗ ਜੇ। ਇਹ ਤਾਂ ਵੱਡੀਆਂ ਗੱਲਾਂ। ਕੌਣ ਮਦਦਗਾਰ? ਸਾਰਿਆਂ ਤੋਂ ਨੇੜੇ ਆਪਣਾ ਸਰੀਰ ਸਾਡੀ ਕਰੂਗਾ ਮਦਦ ਜੀ ਮੌਤ ਵੇਲੇ। ਇਹ ਤਾਂ ਆਪ ਭੁਲੇਖੇ 'ਚ ਵਿਚਾਰਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਦੋਂ ਪੜ੍ਹਦੇ ਆ ਨਾ, ਬੇਨਤੀ ਪੜ੍ਹਿਆ ਕਰੋ। ਜਿਵੇਂ ਸੰਸਥਾ ਵਾਲੇ ਦੱਸ ਰਹੇ ਸੀ ਕਿ ਸਿੰਚੀਆਂ ਦਿੰਦੇ ਆ, ਭਾਵੇਂ ਸਾਲ 'ਚ 2 ਸਾਲ 'ਚ ਸਹਿਜ ਪਾਠ ਕਰ ਲਿਆ ਕਰੋ। ਨਹੀਂ ਫਿਰ ਜਦੋਂ ਗੁਰੂ ਘਰਾਂ ਤੋਂ ਅਖੰਡ ਪਾਠ ਹੁੰਦੇ ਆ, ਸੁਣ ਲਿਆ ਕਰੋ। ਉਹ 'ਚ ਇੰਨਾ ਗਿਆਨ ਦਿੱਤਾ। ਥੋੜਾ ਜਿਹਾ ਗਹਿਰਾਈ 'ਚ ਚੱਲੀਏ ਆਪਾਂ। ਇੱਕ ਵਾਰ ਆ ਸਾਡੀ ਜਿਹੜੀ ਕਾਇਆ ਨਾ, ਕਾਇਆ, ਇਹਨੂੰ ਵੀ ਭੁਲੇਖਾ ਬਹੁਤ ਵੱਡਾ। ਕੀ ਭੁਲੇਖਾ? ਕਹਿੰਦੇ ਕਿਸੇ ਇਨਸਾਨ ਦਾ ਸੰਸਕਾਰ ਹੋ ਰਿਹਾ ਸੀ, ਆਪਾਂ ਵੀ ਜਾਂਦੇ ਹਾਂ ਹੁਣ ਸ਼ਮਸ਼ਾਨ ਭੂਮਿਕਾ 'ਚ। ਜਦੋਂ ਆਪਣੀਆਂ ਨੇਤਰਾਂ ਦੇ ਸਾਹਮਣੇ ਕਿਸੇ ਮ੍ਰਿਤਕ ਸਰੀਰ ਨੂੰ ਚਿਖਾ ਤੇ ਰੱਖ ਲੈਂਦੇ ਆ, ਮੂੰਹ 'ਚ ਘਿਓ ਪਾ ਦਿੰਦੇ ਆ, ਫਿਰ ਆਵਾਜ਼ ਮਾਰਦੇ ਆ, ਆਜੋ ਭਾਈ ਜਿਹੜਾ ਸਾਰਿਆਂ ਤੋਂ ਨੇੜੇ ਦਾ ਰਿਸ਼ਤਾ, ਤੇ ਅੱਗ ਲਾ ਦਿੰਦੇ ਆ। ਉਦੋਂ ਨਾ ਕੁਝ ਕੁ ਮਿੰਟ ਅੱਛੇ ਇਨਸਾਨਾਂ ਦਾ ਮਨ ਸਹਿਜ ਚਲਿਆ ਜਾਂਦਾ ਬਈ ਇਹ ਸਾਡੇ ਨਾਲ ਪੜ੍ਹਦਾ ਹੁੰਦਾ ਸੀ, ਸਾਡੇ ਨਾਲ ਖੇਡਦਾ ਹੁੰਦਾ ਸੀ, ਵੀ ਇਹ ਚੱਲਿਆ ਸੰਸਾਰ ਤੋਂ, ਬਾਰੀ ਸਾਡੀ ਵੀ ਆ ਸਕਦੀ ਹੈ। ਪਰ ਬਹੁਤ ਥੋੜੇ ਸਮੇਂ ਬਾਅਦ ਕਾਲ ਦਾ ਐਸਾ ਚੱਕਰ ਹੈ, ਉਹਨਾਂ ਨੇ ਸਾਡੇ ਮਨ ਦੇ ਅੰਦਰ ਵਿਚਾਰ ਬਣਾ ਕੇ ਇਹ ਭੁਲਾ ਦੇਣਾ ਹੁੰਦਾ ਸਾਨੂੰ। ਫਿਰ ਗੱਲ ਕੀ ਚੱਲੂ? ਇਹ ਤਾਂ ਦੇਖੋ ਜੀ, ਐਕਸੀਡੈਂਟ ਹੋ ਗਿਆ, ਗੱਡੀ ਠੀਕ ਢੰਗ ਨਾਲ ਨਹੀਂ ਸੀ ਚਲਾਉਂਦਾ, ਇਹਨੂੰ ਬਿਮਾਰੀ ਸੀ ਸ਼ੂਗਰ ਦੀ, ਮਿੱਠਾ ਖਾਣੋਂ ਨਹੀਂ ਹਟਿਆ ਤਾਂ ਮਰ ਗਿਆ। ਵੀ ਮੈਨੂੰ ਤਾਂ ਬਿਮਾਰੀ ਨਹੀਂ, ਜੇ ਹੈ ਤਾਂ ਮੈਂ ਖਾਂਦਾ ਨਹੀਂ, ਮੈਂ ਨਹੀਂ ਮਰਦਾ।
ਇਹਨੂੰ ਬਲੱਡ ਪ੍ਰੈਸ਼ਰ ਦੀ ਬਿਮਾਰੀ ਸੀ ਤਾਂ ਮਰ ਗਿਆ। ਜਾਣੀ ਕੋਈ ਨਾ ਕੋਈ ਬਹਾਨਾ ਜਿਹਾ ਬਣਾ ਦੇਣਾ ਆਪਾਂ, ਕਿਉਂਕਿ ਸਾਡੇ ਮਨ 'ਚ ਬੜੀ ਕਲਾ ਜੀ। ਇਹ ਕਿਤੇ ਦੋਸ਼ੀ ਬਣ ਜਾਂਦਾ, ਕਿਤੇ ਵਕੀਲ ਬਣ ਜਾਂਦਾ, ਆਪ ਹੀ ਫਿਰ ਜੱਜ ਜਿਹਾ ਬਣ ਕੇ ਫੈਸਲਾ ਦੇ ਦਿੰਦਾ। ਕਈ ਵਾਰ ਨਾ ਅਸੀਂ ਕੀ ਹੁੰਦਾ, ਪ੍ਰੈਕਟੀਕਲ ਆਪਣਾ ਸਾਰਿਆਂ ਦਾ, ਅਸੀਂ ਕੋਈ ਗਲਤੀ ਕਰਦੇ ਹਾਂ, ਫਰਜ਼ ਕਰੋ ਅਸੀਂ 50,000 ਦੀ ਕਿਸੇ ਨਾਲ ਠੱਗੀ ਲਾਤੀ, ਸਾਡੀ ਆਤਮਾ ਨੇ ਝੜਕਾ ਜਿਹਾ ਦਿੱਤਾ ਅੰਦਰੋਂ ਵੀ ਮਾੜਾ ਕੀਤਾ ਤੂੰ, ਅਸੀਂ ਦੋਸ਼ੀ ਜੇ ਬਣ ਗਏ ਵੀ ਆਪਾਂ ਮਾੜਾ ਕੰਮ ਕੀਤਾ। ਫਿਰ ਮਨ ਦੇ ਦੁਆਲੇ ਪੰਜ ਹੋਏ ਵੇ ਆ, ਦੋਤ ਜਿਹਨੂੰ ਕਹਿੰਦੇ ਉਹ ਬੜੇ ਚਲਾਕ ਆ, ਉਹ ਫਿਰ ਵਕੀਲ ਜਿਹਾ ਬਣ ਜਾਂਦਾ ਵਿੱਚੇ ਵਿੱਚ ਹੀ ਵੀ ਚੱਲ ਆਪਾਂ ਤਾਂ 50 ਦੀ ਕੋਈ ਮਾਰੀ ਆ, ਉਹ ਠੱਖਾਂ ਲੱਖਾਂ ਦੀ ਠੱਗੀ ਮਾਰੀ ਜਾਂਦਾ, ਉਹਦੇ ਨਾਲ ਤਾਂ ਚੰਗੇ ਹੀ ਆ, ਦੋਸ਼ ਤੋਂ ਮੁਕਤ ਹੋ ਗਏ। ਫਿਰ ਥੋੜੇ ਸਮੇਂ ਬਾਅਦ ਜੱਜ ਵੀ ਬਣ ਜਾਂਦੇ ਆ ਬਈ ਚਲੋ ਜੀ ਆਪਾਂ ਨੂੰ ਤਾਂ ਨਹੀਂ ਸਜ਼ਾ ਮਿਲਦੀ, ਆਪਣੇ ਨਾਲ ਤਾਂ ਕਈ ਗੁਣਾ ਵੱਡੀਆਂ ਠੱਗੀਆਂ ਵਾਲੇ ਬੈਠੇ ਆ। ਜਾਣੀ ਪੈਰ ਪੈਰ ਤੇ ਸਾਡਾ ਮਨ ਦਾ ਜਿਹੜੀ ਸਥਿਤੀ ਆ ਉਹ ਬਦਲੀ ਹੋਈ ਜਾਂਦੀ ਹੈ। ਤੇ ਪਾਤਸ਼ਾਹ ਫਿਰ ਕੀ ਸਮਝਾਉਂਦੇ, ਕਹਿੰਦੇ ਕੋਈ ਇਨਸਾਨ ਨਾ ਥੋੜਾ ਜਿਹਾ ਸਹਿਜ ਵਾਲਾ ਸੀ ਤੇ ਸ਼ਮਸ਼ਾਨ ਭੂਮਿਕਾ 'ਚ ਸੰਸਕਾਰ ਹੋਣ ਲੱਗਿਆ ਜੀ ਐਂ ਨੂੰ ਜੀ। ਤੇ ਉੱਥੇ ਫਿਰ ਇੱਕ ਨਾ ਮਹਾਰਾਜ ਨੇ ਸਾਨੂੰ ਸਾਡੇ ਤੱਤਾਂ ਦਾ, ਜਿਹੜੀ ਸਾਡੀ ਕਾਇਆ ਦੇ ਤੱਤ ਆ, ਜੇ ਕੋਈ ਭਗਤੀ ਮਾਰਗ ਵਾਲਾ ਬੈਠਾ ਤਾਂ ਗਿਆਨ ਹੋਊਗਾ। ਤੁਹਾਡੇ ਨਗਰ 'ਚ ਪੁਰਾਤਨ ਸਾਧੂ ਮਹਾਤਮਾ ਰਹਿੰਦੇ ਰਹੇ ਆ, ਅੰਸ਼ ਹੁੰਦੀ ਆ ਥੋੜੀ ਬਹੁਤ, ਜੇ ਨਾ ਧਿਆਨ ਦੀ ਹੋਊਗੀ ਤਾਂ ਗਿਆਨ ਦੀ ਤਾਂ ਰਹੀ ਜਾਂਦੀ ਹੈ। ਇੱਕ ਸਮਾਂ ਐਸਾ ਵੀ ਦੱਸਦੇ ਆ ਮਹਾਂਪੁਰਖ ਵੀ ਸਾਡੇ ਤੱਤਾਂ ਦੀਆਂ ਗੱਲਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਜਦੋਂ ਬਹੁਤ ਸਹਿਜ ਚਲੇ ਜਾਂਦੇ ਆ ਮਨ। ਸਹਿਜ ਗਏ ਹੋਏ ਮਨ ਜਿਹੜੇ ਆ ਕਾਇਆ ਦੇ ਤੱਤ ਆ, ਇਹ ਮਨ ਦੇ ਨਾਲ ਗੱਲਾਂ ਕਰਨ ਲੱਗੇ। ਕੀ ਗੱਲਾਂ ਕੀਤੀਆਂ, ਫਿਕਰ ਬਣ ਗਿਆ ਕਾਇਆ ਨੂੰ ਬਈ ਉਹ ਕਾਇਆ ਸਰੀਰ ਮੱਚ ਰਿਹਾ, ਜਿੰਨਾ ਚਿਰ ਇਹਦੇ 'ਚ ਪਰਮਾਤਮਾ ਦੀ ਅੰਸ਼ ਰਹੀ ਇਹਨੂੰ ਕਿਸੇ ਨੇ ਅੱਗ ਨਹੀਂ ਲਾਈ, ਅੱਜ ਆਪਦਿਆਂ ਨਹੀਂ ਲਾਤੀ ਬਈ ਹਾਲ ਮੇਰਾ ਵੀ ਹੋਊ, ਵੀ ਮੈਨੂੰ ਵੀ ਫੂਕਣਗੇ ਵੀ ਆਪਦੇ ਜਿਹੜਾ ਮੇਰੇ ਨਾਲ ਪਿਆਰ ਕਰਦੇ। ਹੁਣ ਸਰੀਰਾਂ ਦਾ ਹੀ ਪਿਆਰ ਆ ਨਾ ਜੀ, ਜਦੋਂ ਸਰੀਰ ਛੱਡ ਦਿੰਦੇ ਆ ਕਿਸੇ ਨੂੰ ਭੇਦ ਨਹੀਂ ਹੈ ਕਿੱਥੇ ਚਲਿਆ ਗਿਆ ਕੋਈ। ਬਹੁਤ ਮਿਹਨਤ ਵਾਲੇ ਬੰਦਿਆਂ ਨੂੰ ਤਾਂ ਜਾਂ ਗੁਰੂ ਸਾਹਿਬਾਨਾਂ ਦੀ ਬਾਣੀ ਜਦੋਂ ਭਗਤਾਂ ਦੀ ਪੜ੍ਹਦੇ ਹੋ ਤਾਂ ਸਾਨੂੰ ਦੱਸ ਰਹੇ ਆ ਵੀ ਕਿੱਥੇ ਜਾਂਦੇ ਆ। ਉਹ ਕਾਇਆ ਨੂੰ ਫਿਕਰ ਬਣ ਗਿਆ, ਉਹਨੇ ਮਨ ਨੂੰ ਸੰਬੋਧਨ ਹੋ ਕੇ ਬੇਨਤੀ ਕੀਤੀ। ਇੱਥੇ ਕਾਇਆ ਨੂੰ ਦਿੱਤਾ ਗਿਆ ਧਨ ਦਾ ਨਾਂ, ਜਾਣੀ ਕਿ ਇਸਤਰੀ ਦਾ ਨਾਂ, ਤੇ ਸਾਡੇ ਮਨ ਨੂੰ ਕਿਹਾ ਗਿਆ ਪਿਰ ਪਤੀ ਦਾ ਨਾਂ। ਇਹਨੇ ਬੇਨਤੀ ਕੀਤੀ, ਪਾਤਸ਼ਾਹ ਕਹਿੰਦੇ ਕੀ ਬੋਲੀ, ਧਨ ਕਹੇ ਤੂੰ ਬਸ ਮੈਂ ਨਾਲੇ, ਪ੍ਰੈ ਸੰਗ ਬਾਸੀ ਬਾਲ ਗੋਪਾਲੇ। ਇਹ ਕਾਇਆ ਕਹਿੰਦੀ ਵੀ ਮੇਰੀ ਇੱਕ ਬੇਨਤੀ ਆ ਮਨ ਨੂੰ ਵੀ ਤੂੰ ਮੇਰੇ ਨਾਲ ਵਸਣਾ, ਮੈਨੂੰ ਛੱਡ ਕੇ ਨਾ ਜਾਈਂ। ਤੁਝੇ ਬਿਨਾ ਹੋ ਕਿਤ ਹੀ ਨਾ ਲਿਖੈ, ਬਚਨ ਦੇ ਛੋੜ ਨਾ ਜਾਸਾ ਹੈ। ਬਈ ਤੇਰੇ ਬਿਨਾ ਤਾਂ ਮੇਰੀ ਕੋਈ ਕੀਮਤ ਹੀ ਨਹੀਂ ਹੈ। ਮੈਨੂੰ ਤਾਂ ਅੱਜ ਪਤਾ ਲੱਗਿਆ ਵੀ ਜਦੋਂ ਤੂੰ ਮੈਨੂੰ ਛੱਡ ਕੇ ਚਲਿਆ ਜਾਣਾ, ਲੋਕ ਇਹਨੂੰ ਅਗਨ ਭੇਟ ਕਰ ਦਿੰਦੇ ਆ, ਕੋਈ ਮਿੱਟੀ 'ਚ ਦੱਬ ਦਿੰਦੇ ਆ, ਕੋਈ ਕੁਛ ਕਰ ਦਿੰਦਾ, ਵੀ ਤੂੰ ਮੈਨੂੰ ਬਚਨ ਦੇ, ਤੂੰ ਮੈਨੂੰ ਛੱਡ ਕੇ ਨਹੀਂ ਜਾਵੇਂਗਾ। ਹੁਣ ਮਨ ਸੱਚ ਬੋਲਿਆ, ਉਹਨੇ ਕੀ ਕਿਹਾ, ਪਿਰ ਕਹਿਆ ਹੋ ਹੁਕਮੀ ਬੰਦਾ, ਉਹ ਭਾਰੋ ਠਾਕੁਰ ਜਿਸ ਕਾਣ ਨਾ ਸੰਦਾ, ਜਿਚਰ ਰੱਖੈ ਤਿਚਰ ਤੁਮ ਸੰਗ ਰਹਿਣਾ, ਜਾਂ ਸੱਦੇ ਤਾਂ ਊਠ ਸਦਾਸਾ ਹੈ। ਉਹਨੇ ਸੱਚ ਦੱਸਤਾ ਬਈ ਮੇਰੇ ਵੱਸ ਦੀ ਗੱਲ ਨਹੀਂ, ਮੈਂ ਤਾਂ ਕਿਸੇ ਦੇ ਹੁਕਮ 'ਚ ਚੱਲ ਰਿਹਾ, ਜਿਹੜਾ ਮੇਰਾ ਮਾਲਕ ਆ ਉਹਨੂੰ ਕਿਸੇ ਦੀ ਕਨੌੜ ਨਹੀਂ, ਪਰਵਾਹ ਨਹੀਂ ਹੈ। ਜਿੰਨਾ ਚਿਰ ਤੇਰੇ ਨਾਲ ਰੱਖੂ ਰਹੂੰਗਾ, ਜਦੋਂ ਆਵਾਜ਼ ਪੈਗੀ ਮੈਂ ਚਲਿਆ ਜਾਣਾ। ਹੁਣ ਜਿਵੇਂ ਆਪਾਂ ਨਹੀਂ ਮੰਨਦੇ ਸੱਚ, ਕਈ ਵਾਰ ਰੋਜ਼ ਪੜ੍ਹਦੇ ਆ ਜੀ ਬਾਣੀ, ਜਿਹੜੇ ਪੜ੍ਹਦੇ ਆ ਤਕਰੀਬਨ ਉਹੀ ਬੈਠੇ ਆ ਜਿਆਦੇ। ਇਹ ਤਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨੋ ਵਿਸਾਰਿਆ। ਚੇਤੇ ਆ ਜੀ ਮੌਤ। ਹਮ ਆਦਮੀ ਹਾਂ ਇੱਕਦਮੀ, ਮੰਨਦੇ ਆ? ਬਿਲਕੁਲ ਨਹੀਂ ਮੰਨਣ ਨੂੰ ਤਿਆਰ। ਮੈਂ ਵੀ ਨਹੀਂ ਮੰਨਦਾ ਵੀ ਇਹ ਤਾਂ ਲੋਕਾਂ ਵਾਸਤੇ ਬਣੀ ਆ, ਮੈਂ ਥੋੜ੍ਹਾ ਮਰਨਾ। ਹਮ ਆਦਮੀ ਹਾਂ ਇੱਕਦਮੀ, ਅਸੀਂ ਵੀ ਹਾਸੇ ਗੱਲ ਪਾਉਨੇ ਆ ਤੇ ਸਾਡੀ ਕਾਇਆ ਨੇ ਵੀ ਹਾਸੇ ਗੱਲ ਪਾਤੀ। ਫਿਰ ਪਾਤਸ਼ਾਹ ਸਮਝਾਉਂਦੇ, ਕਹਿੰਦੇ ਜਿਉਂ ਪ੍ਰੈ ਬਚਨ ਕਹੇ ਧਨ ਸਾਚੇ, ਧਨ ਕਛੂ ਨਾ ਸਮਝੇ, ਚੰਚਲ ਮਤ ਕਾਚੇ।
ਬਹੁਰ ਬਹੁਰ ਪਿਰ ਹੀ ਕਾ ਸੰਗ ਮੰਗੈ, ਉਹ ਬਾਤ ਜਾਣੇ ਕਰ ਹਾਸਾ ਹੈ। ਉਹਨੇ ਆਖਿਆ ਵੀ ਮਜ਼ਾਕ ਹੋ ਰਿਹਾ। ਜਿਵੇਂ ਅੱਜ ਦੇ ਲੋਕ ਕਈ ਕਹਿੰਦੇ ਜੀ ਵੀ ਅੱਗਾ ਕਿਹੜਾ ਕਿਸੇ ਨੇ ਵੇਖਿਆ, ਇਹ ਤਾਂ ਡਰਾਉਣ ਵਾਸਤੇ ਗੱਲਾਂ ਲਿਖੀਆਂ। ਗੁਰੂ ਨਾਨਕ ਦੇ ਘਰ ਨੂੰ ਪਤਾ ਸੀ ਇਹਨਾਂ ਗੱਲਾਂ ਦਾ ਕਿ ਸਮਾਂ ਇਹੋ ਜਿਹੇ ਮੋੜ ਤੇ ਆਉਣਾ, ਜਦੋਂ ਮੱਥਾ ਟੇਕਣ ਵਾਲੇ ਇਹਦੀਆਂ ਗੱਲਾਂ ਕਰਕੇ, ਰੋਟੀਆਂ ਖਾਣ ਵਾਲੇ ਇਹਦੀਆਂ ਗੱਲਾਂ ਕਰ ਕਰਕੇ, ਵੱਡੀਆਂ ਕਾਰਾਂ ਕੋਠੀਆਂ 'ਚ ਰਹਿਣ ਵਾਲੇ ਹਜ਼ੂਰੀ 'ਚ ਗੱਲਾਂ ਕਹਿਣਗੇ, ਅੱਗਾ ਕਿਹੜਾ ਕਿਸੇ ਨੇ ਵੇਖਿਆ। ਉਹਨਾਂ ਨੇ ਫਿਰ ਸਾਨੂੰ ਸੁਚੇਤ ਕੀਤਾ ਕਿ ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ, ਹਰ ਕਰਤਾ ਆਪ ਮੂੰਹੋਂ ਕਢਾਏ, ਕਿ ਇਹਨੂੰ ਕਿਤੇ ਝੂਠ ਨਾ ਮੰਨ ਲਿਓ। ਅਸੀਂ ਨਹੀਂ ਬੋਲ ਰਹੇ, ਕਰਤਾ ਪੁਰਖ ਸਾਡੇ ਮੁਖ ਥਾਈ ਕਢਾ ਰਿਹਾ। ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲੱਲੋ। ਜਿਹੜੇ ਫਿਰ ਇਹਨੂੰ ਮੰਨਦੇ ਆ ਸੱਚ, ਉਹ ਤਾਂ ਅੱਗੇ ਨੂੰ ਵੀ ਮੰਨਦੇ ਆ ਵੀ ਕੁਛ ਹੈਗਾ, ਲੋਕ ਪਰਲੋਕ ਹੈ, ਇਹਾਂ ਉਹਾਂ ਹੈ। ਪਰ ਹੁਣ ਕਹਿੰਦੇ ਜੀ ਦਿਖਾਓ, ਕੌਣ ਦਿਖਾਵੇ? ਗੁਰੂ ਪਾਤਸ਼ਾਹ ਤਾਂ ਦਿਖਾਉਂਦੇ ਰਹੇ ਨਾ। ਫਿਰ ਜਦੋਂ ਕੋਈ ਨਹੀਂ ਮੰਨਦਾ ਸੀ, ਜਦੋਂ ਦਸਤਗੀਰ ਪੀਰ ਵਰਗਿਆਂ ਨੇ ਕੀਤੀ ਥੋੜੀ ਜੀ ਤਰਕ, ਜਦੋਂ ਮਹਾਰਾਜ ਨੇ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਹ ਦੀ ਗੱਲ ਕੀਤੀ, ਉਹ ਆਇਆ ਪੀਰ ਕਹਿੰਦਾ ਜੀ ਝੂਠ ਬੋਲਦੇ ਹੋ, ਸਾਡੇ ਵਾਲੇ ਤਾਂ ਸੱਤ ਕਹਿੰਦੇ ਆ। ਮਹਾਰਾਜ ਕਹਿੰਦੇ ਦਸਤਗੀਰ ਤੇਰੇ ਵਾਲੇ ਵੀ ਠੀਕ ਕਹਿੰਦੇ, ਅਸੀਂ ਉਹਨਾਂ ਦੀ ਗੱਲ ਨਹੀਂ ਕੱਟਦੇ, ਪਰ ਜਿੰਨਾ ਕੁ ਉਹਨਾਂ ਨੂੰ ਮਾਲਕ ਨੇ ਦਿਖਾਇਆ ਉਹਨਾਂ ਨੇ ਲਿਖਤਾ। ਮਾੜੇ ਨਹੀਂ, ਸੱਚ ਲਿਖ ਗਏ। ਪਰ ਸਾਡੇ ਤੇ ਇੰਨੀ ਕੁ ਕਿਰਪਾ ਵੀ ਲੱਖਾਂ ਹੀ ਪਤਾਲਾਂ ਪਤਾਲ ਆਗਾਸਾਂ ਆਗਾਹ ਦੀ ਗੱਲ। ਉਹ ਕਹਿੰਦਾ ਮੈਂ ਤਾਂ ਮੰਨਦਾ ਨਹੀਂ ਜੀ। ਮਹਾਰਾਜ ਕਹਿੰਦੇ ਫਿਰ ਮਨਾ ਦਿੰਨੇ ਆ। ਹੁਣ ਗੁਰੂ ਦੀ ਰੀਸ ਕੋਈ ਕਰ ਨਹੀਂ ਸਕਦਾ ਜੀ। ਉਹ ਫਿਰ ਡਰ ਗਿਆ, ਫਿਰ ਮੁੰਡੇ ਨੂੰ ਵਿਖਾਏ, ਆਪਾਂ ਇਤਿਹਾਸ ਸਾਰੇ ਜਾਣਦੇ ਆ। ਤੇ ਇਸੇ ਤਰ੍ਹਾਂ ਜਿਹੜੇ ਲੋਕ ਫਿਰ ਨਹੀਂ ਮੰਨਦੇ, ਇਸੇ ਤਰ੍ਹਾਂ ਕਾਇਆ ਨੇ ਨਾ ਮੰਨਿਆ ਵੀ ਮਜ਼ਾਕ ਕਰਦਾ। ਫਿਰ ਹੋਇਆ ਕਿ ਕਹਿੰਦੀ ਆਈ ਆਗਿਆ ਪਿਰੋ ਬੁਲਾਇਆ, ਪਰਮਾਤਮਾ ਨੇ ਹੁਕਮ ਭੇਜਤਾ। ਸੱਦਾ ਜਿਹਨੂੰ ਆਪਾਂ ਕਹਿੰਦੇ ਆ, ਘੱਲੇ ਆਵੇ ਨਾਨਕਾ ਸੱਦੇ ਉੱਠੀ ਜਾਹੇ। ਨਾ ਧਨ ਪੁੱਛੀ, ਨਾ ਮਤਾ ਪਕਾਇਆ, ਨਾ ਫਿਰ ਕਾਹਿਆਂ ਦੇ ਨਾਲ ਸਲਾਹ ਹੋਈ, ਨਾ ਕੋਈ ਮਤਾ ਪਕਾਇਆ। ਓਟ ਸਧਾਇਓ ਸ਼ੂਟਰ ਮਾਟੀ, ਦੇਖ ਨਾਨਕ ਮਿਥਨ ਮਹਾਸਾ ਹੈ। ਇਹ ਮਿੱਟੀ ਨੂੰ ਛੱਡ ਕੇ ਚਲਿਆ ਗਿਆ ਹੰਸ ਇਹਦੇ ਚੋਂ, ਇਹ ਮਿੱਟੀ ਬਣ ਗਈ। ਇਸੇ ਤਰ੍ਹਾਂ ਪਾਤਸ਼ਾਹ ਸਾਨੂੰ ਗੁਰਬਾਣੀ ਸਮਝਾ ਰਹੇ ਆ, ਜਿੰਨਾ ਚਿਰ ਪ੍ਰੈਕਟੀਕਲੀ ਅਸੀਂ ਇਹ ਗੱਲਾਂ ਨੂੰ ਅਮਲ 'ਚ ਨਹੀਂ ਲਿਆਉਂਦੇ, ਮੰਨਦੇ ਨਹੀਂ, ਤੇ ਸਾਡਾ ਮਾਲਕ ਨਾਲ ਵਿਰਾਗ ਨਹੀਂ ਪੈਦਾ ਹੁੰਦਾ, ਕਿੱਥੇ ਹੋਊਗਾ? ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ, ਨਾਹੇ ਕੀ ਸਾਡਾ ਸਰੀਰ ਸਾਡੀ ਸਹਾਇਤਾ ਕਰੂਗਾ ਜੀ ਆਖਰੀ ਸਮੇਂ? ਇਹਨੂੰ ਤਾਂ ਆਪ ਨਹੀਂ ਪਤਾ ਵਿਚਾਰੇ ਨੂੰ। ਇਹਨੂੰ ਤਾਂ ਆਪ ਦਾ ਫਿਕਰ ਆ ਕਿ ਜਦੋਂ ਇਹ ਚੋਂ ਉਹ ਚੀਜ਼ ਨਿਕਲ ਗਈ, ਮੇਰਾ ਖਾਤਮਾ ਕਰ ਦੇਣਾ। ਕੀ ਸਾਡਾ ਕੋਈ ਧੀ, ਸਾਡਾ ਕੋਈ ਪੁੱਤਰ, ਸਾਡੀ ਕੋਈ ਭੈਣ, ਸਾਡਾ ਕੋਈ ਭਰਾ ਕਰ ਸਕਦਾ ਮਦਦ? ਕੋਈ ਹਾਂ ਕਰ ਸਕਦਾ, ਜੇ ਗੁਰੂ ਦੀ ਬਾਣੀ ਨੂੰ ਲੈ ਕੇ ਚੱਲਾਂਗੇ ਤਾਂ। ਕਿਸੇ ਜੀਵ ਦਾ ਅੰਤ ਹੁੰਦਾ ਹੋਵੇ, ਉਹਦੇ ਕੋਲੇ ਬੈਠ ਕੇ ਤੁਸੀਂ ਪਰਮਾਤਮਾ ਦਾ ਨਾਮ ਜਪਦੇ ਹੋ, ਉਹਦੀ ਮਦਦ ਹੋ ਜਾਊਗੀ। ਪਹਿਲੇ ਸਮਿਆਂ 'ਚ ਬ੍ਰਹਮ ਦਾ ਗਿਆਨ ਰੱਖਣ ਵਾਲੇ ਸਾਧੂ ਸੰਤ ਹੁੰਦੇ, ਉਹ ਇੱਥੇ ਤੱਕ ਤਾਂ ਗੱਲ ਸੁਣੀ ਵੀ ਉਹ ਮਰਨ ਵਾਲੇ ਦੇ ਸਾਹਮਣੇ ਇੱਕ ਦੀਵਾ ਬਾਲ ਦਿੰਦੇ ਤੇ ਉਹਨੂੰ ਕਹਿੰਦੇ ਵੀ ਦੀਵੇ ਦੇ ਪ੍ਰਕਾਸ਼ ਵੱਲ ਝਾਕ, ਬਈ ਪ੍ਰਮਾਤਮਾ ਵੀ ਪ੍ਰਕਾਸ਼ ਰੂਪ ਆ, ਇਹਦਾ ਕਿਸੇ ਆਕਾਰ 'ਚ ਧਿਆਨ ਨਾ ਚਲਿਆ ਜਾਵੇ। ਹੌਲੀ ਹੌਲੀ ਫਿਰ ਘਟਦਾ ਗਿਆ। ਫਿਰ ਲੋਕ ਗੀਤਾ ਦਾ ਪਾਠ ਸੁਣਾਉਣ ਲੱਗ ਗਏ। ਜਦੋਂ ਬੰਦਾ ਨਾ ਮਰਦਾ ਔਖਾ ਹੁੰਦਾ ਵੀ ਗੀਤਾ ਦਾ ਪਾਠ ਸੁਣਾਓ ਜੀ। ਹੌਲੀ ਹੌਲੀ ਗੁਰਬਾਣੀ ਦਾ ਪ੍ਰਸਾਰ ਤੇ ਪ੍ਰਸਾਰ ਵੱਧ ਗਿਆ। ਹੁਣ ਆਪਾਂ ਕੋਈ ਸੁਖਮਨੀ ਸਾਹਿਬ, ਕੋਈ ਜਪਜੀ ਸਾਹਿਬ ਤੇ ਕੋਈ ਕੀਰਤਨ ਸੋਹਲੇ ਦੀ ਬਾਣੀ ਦਾ ਪਾਠ ਕਰਦੇ ਆ। ਹੁਣ ਹੌਲੀ ਹੌਲੀ ਪਾਤਸ਼ਾਹ ਨੇ ਅੱਗੇ ਹੋਰ ਆਪਾਂ ਨੂੰ ਗਿਆਨ ਦਿੱਤਾ ਕਿ ਜਦੋਂ ਤੁਹਾਡਾ ਸਮਾਂ ਨੇੜੇ ਆਉਣਾ, ਨਾ ਤੁਹਾਡੀਆਂ ਇਹ ਗਿਆਨ ਇੰਦਰੀਆਂ ਨੇ ਕੰਮ ਕਰਨਾ, ਨਾ ਕਰਮ ਇੰਦਰੀਆਂ ਨੇ ਕੰਮ ਕਰਨਾ, ਨਾ ਤੁਹਾਨੂੰ ਸੁਣਨਾ, ਨਾ ਤੁਹਾਤੋਂ ਬੋਲਿਆ ਜਾਣਾ।
ਜੇ ਇਦੋਂ ਅੱਗੇ ਦਾ ਥੋੜਾ ਜਿਹਾ ਗਿਆਨ ਲੈ ਲਓ, ਆਪਣੀ ਸੁਰਤੀ ਨੂੰ ਸਵਾਸਾਂ ਨਾਲ ਜੋੜ ਕੇ ਸਿਮਰਨ ਕਰਨਾ ਸਿੱਖ ਲਓ। ਜੇ ਬੋਲ ਵੀ ਨਾ ਤੁਹਾਤੋਂ ਹੋਇਆ, ਤੁਹਾਡੀ ਸੁਰਤ ਸਾਸ ਗਰਾਸ ਹੀ ਇੰਨਾ ਸਿੱਖ ਲੈ ਕੇ ਵਾਹਿਗੁਰੂ ਵਾਹਿਗੁਰੂ ਤਾਂ ਕੀ ਹੋਊਗਾ? ਜਦੋਂ ਸਵਾਸ ਖਤਮ ਹੋਣਗੇ ਕਿੱਧਰ ਧਿਆਨ ਹੋ ਜਾਊਗਾ? ਵਾਹਿਗੁਰੂ ਪਰਮਾਤਮਾ ਦੇ ਨਾਮ ਵੱਲ। ਅੰਤ ਕਾਲ ਨਰੈਣ ਸਿਮਰੈ, ਐਸੀ ਚਿੰਤਾ ਮਹਿਜੇ ਮਰੈ। ਬਦਤ ਤਰਲੋਚਨ ਤੇ ਨਰ ਮੁਕਤਾ ਪੀਤੰਬਰ ਵਾਕੈ ਹਿਰਦੇ ਵਸੈ। ਇਦੋਂ ਹੋਰ ਗਹਿਰਾਈ 'ਚ ਜਦੋਂ ਜਾਵਾਂਗੇ, ਅਭਿਆਸ ਕਰਦੇ ਕਰਦੇ ਸਾਡੇ ਅੰਦਰ ਮਾਲਕ ਦਾ ਨਾਮ ਪ੍ਰਗਟ ਹੋ ਗਿਆ, ਜਿਹਨੂੰ ਨਾਦ ਕਹਿੰਦੇ ਆ, ਅਨਹਦ ਬਾਣੀ ਕਹਿੰਦੇ ਆ, ਸਹਿਜ ਧੁਨ ਕਹਿੰਦੇ ਆ। ਸਾਡੀ ਸੁਰਤ ਉਹਦੇ 'ਚ ਸਮਾਉਣਾ ਸਿੱਖ ਗਈ ਤਾਂ ਰੋਜ਼ ਆਪਾਂ ਪੜ੍ਹਦੇ ਹਾਂ, ਹਰ ਜਨ ਹਰ ਹਰ ਨਾਮ ਸਮਾਣੇ। ਦੁੱਖ ਜਨਮ ਮਰਨ ਭਵ ਖੰਡਾ ਹੈ, ਅਬਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਹੈ। ਅੱਜ ਵਿਗਿਆਨ ਵਾਲੇ ਇੱਕ ਖੋਜ ਤੇ ਚੱਲੇ ਹੋਏ ਆ। ਕਾਹਦੀ ਤੇ? ਦੇਖੋ, ਇੱਕ ਤਾਂ ਉਹਨਾਂ ਨੇ ਆਪਾਂ ਨੂੰ ਦਿਖਾਤਾ, ਇੱਥੇ ਆਪਣੇ ਕੋਲੇ ਮੋਬਾਈਲ ਫੋਨ ਵਿਦੇਸ਼ਾਂ 'ਚ ਬੈਠੇ ਆ, ਆਵਾਜ਼ ਵੀ ਜਾ ਰਹੀ ਆ, ਤਸਵੀਰਾਂ ਵੀ ਆ ਰਹੀਆਂ। ਆ ਕਿੱਥੋਂ ਦੀ ਰਹੀਆਂ ਜੀ? ਖਾਲੀ ਖਲਾਸ ਆ ਰਹੀਆਂ ਨੇ, ਸਾਹਮਣੇ ਨਹੀਂ ਦਿੰਦੀਆਂ। ਫਿਰ ਜਿੰਨਾ ਚਿਰ ਕਨੈਕਸ਼ਨ ਜੁੜਦਾ ਨਹੀਂ, ਉਨਾ ਚਿਰ ਦਿਸਣਗੀਆਂ ਨਹੀਂ। ਹੁਣ ਇੱਕ ਹੋਰ ਖੋਜ ਕਰ ਰਹੇ ਆ। ਉਹ ਕਹਿੰਦੇ ਜਿਹੜੇ ਪੁਰਾਤਨ ਭਾਸ਼ਣ ਰਾਜਨੀਤਿਕ ਬੰਦਿਆਂ ਦੇ ਜਾਂ ਧਾਰਮਿਕ ਬੰਦਿਆਂ ਦੇ, ਉਹ ਆਵਾਜ਼ ਆ ਖਾਲੀ ਖਲਾਸ ਆ। ਇੰਨਾ ਕੁ ਤਾਂ ਵਿਗਿਆਨ ਨੂੰ ਪਤਾ ਲੱਗ ਗਿਆ ਵੀ ਜੋ ਆਪਾਂ ਬੋਲਦੇ ਹਾਂ ਬ੍ਰਹਿਮੰਡ 'ਚ ਜਮਾ ਹੋ ਰਿਹਾ, ਇੱਥੇ ਜਮਾ ਹੋ ਗਿਆ। ਅੱਗੇ ਫੜ ਕੇ ਸਾਧਨ ਨੇ ਸਾਨੂੰ ਸੁਣਾ ਵੀ ਦਿੱਤਾ ਤੇ ਦਿਖਾ ਵੀ ਦਿੱਤਾ। ਉਹ ਹੁਣ ਪੁਰਾਣੀਆਂ ਫੜਨ ਨੂੰ ਫਿਰਦੇ ਆ ਆਵਾਜ਼ਾਂ, ਅਜੇ ਪਾਸ ਨਹੀਂ ਹੋਏ। ਗੁਰੂ ਨਾਨਕ ਦੇ ਘਰ ਵੱਲ ਜਦੋਂ ਝਾਤੀ ਮਾਰਦੇ ਆ, 9ਵੇਂ ਪਾਤਸ਼ਾਹ ਦੀ ਯਾਦ 'ਚ ਬੈਠੇ ਆ ਨਾ ਆਪਾਂ, ਪਾਤਸ਼ਾਹ ਨੇ ਕਸ਼ਮੀਰੀ ਪੰਡਤਾਂ ਦੀ ਫਰਿਆਦ ਸੁਣ ਕੇ ਤਰਸ ਦਿਆ ਦੇ ਘਰ 'ਚ ਆਏ। ਗੁਰੂ ਗੋਬਿੰਦ ਰਾਏ ਨੇ 8-9 ਸਾਲ ਦੀ ਉਮਰ 'ਚ ਬੇਨਤੀ ਕਰਤੀ ਕਿ ਤੁਹਾਡੇ ਨਾਲੋਂ ਕੋਈ ਮਹਾਬਲੀ ਭਗਤ ਨਹੀਂ, ਜਾ ਕੇ ਇਹਨਾਂ ਦਾ ਧਰਮ ਬਚਾਓ। ਦਿੱਲੀ ਵੱਲ ਨੂੰ ਤੁਰਨ ਲੱਗਿਆ, ਸਰਕਾਰ ਨੇ ਇਨਾਮ ਰੱਖਤਾ। ਆਗਰੇ ਦੇ ਨੇੜੇ ਇੱਕ ਆਜੜੀ ਬੈਠਾ, ਉਹਦੇ ਕੰਨਾਂ 'ਚ ਇਸ ਗੱਲ ਦੀ ਖਬਰ ਪੈ ਜਾਂਦੀ ਆ ਕਿ ਔਰੰਗਜ਼ੇਬ ਨੇ ਨਾਮ ਰੱਖਿਆ ਕਿ ਜੇ 9ਵਾਂ ਗੁਰੂ ਜਿਹੜਾ ਉਹਨੂੰ ਗ੍ਰਿਫਤਾਰ ਕਰਵਾਊਗਾ, ਮੈਂ ਉਹਨੂੰ ਇਨਾਮ ਦਊਂ। ਹੁਣ ਆਜੜੀ ਦੀ ਇੱਕ ਮਜਬੂਰੀ ਆ, ਇਹ ਨਹੀਂ ਕਿ ਪਾਤਸ਼ਾਹ ਦਾ ਦੁੱਖ ਹੀ ਆ। ਮਜਬੂਰੀ ਕੀ ਆ? ਉਹਦੇ ਤੇ ਗਰੀਬੀ ਆ ਬਹੁਤ, ਘਰ ਦਾ ਖਰਚਾ ਮਸਾਂ ਚੱਲਦਾ, ਲੜਕੀਆਂ ਦੇ ਵਿਆਹ ਕਰਨ ਵਾਲੇ। ਉਹਨੇ ਆਗਰੇ 'ਚ ਬੈਠੇ ਨੇ ਇੱਕ ਆਵਾਜ਼ ਦਿੱਤੀ, ਪੌਣ ਦੇਵਤੇ ਨੂੰ ਬੇਨਤੀ ਕੀਤੀ ਕਿ ਇਹ ਪੌਣ ਦੇਵਤਾ, ਤੈਨੂੰ ਦੇਵਤਾ ਕਹਿੰਦੇ ਆ ਲੋਕ, ਮੇਰਾ ਇੱਕ ਕੰਮ ਹੀ ਕਰਦੇ ਛੋਟਾ ਜਿਹਾ। ਪਾਤਸ਼ਾਹ ਨੇ ਤਾਂ ਗ੍ਰਿਫਤਾਰ ਹੋ ਹੀ ਜਾਣਾ, ਉਹ ਤਾਂ ਨਿਰਭਉ ਆ, ਨਿਰਵੈਰ ਆ। ਉਹਨੂੰ ਕਹਿ ਦੇ ਜਾ ਕੇ, ਜੇ ਮੇਰੇ ਰਾਹੀਂ ਹੋ ਜੇ, ਮੇਰਾ ਕਾਰਜ ਸਬਰ ਜੇ। ਉੱਥੋਂ ਦੀ ਕੀਤੀ ਹੋਈ ਆਵਾਜ਼ ਆ ਖਾਲੀ ਖਲਾਸ 'ਚ, ਕੋਈ ਸਾਧਨ ਨਹੀਂ ਨੈਟ ਦਾ, ਕੋਈ ਮੋਬਾਈਲ ਨਹੀਂ, ਕੁਛ ਨਹੀਂ। ਉੱਥੋਂ ਦੀ ਆਵਾਜ਼ ਆਜੜੀ ਦੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਖਾਲੀ ਖਲਾਸ ਦੀ ਫੜ ਲਈ ਤੇ ਦਿੱਲੀ ਜਾਣ ਵੇਲੇ ਆਗਰੇ ਵੱਲ ਦੀ ਗਏ। ਹਾਲਾਂਕਿ ਲੋੜ ਨਹੀਂ ਸੀ ਆਗਰੇ ਜਾਣ ਦੀ, ਉਹਦੇ ਰਾਹੀਂ ਉੱਥੇ ਪੇਸ਼ ਹੋਏ ਤੇ ਉਹਨੂੰ ਨਾਮ ਮਿਲ ਗਿਆ। ਐਸਾ ਹੀ ਜਦੋਂ ਆਪਾਂ 10ਵੇਂ ਪਾਤਸ਼ਾਹ ਦਾ ਇਤਿਹਾਸ ਪੜ੍ਹਦੇ ਹਾਂ, ਮੈਂ ਤਾਂ ਬੇਨਤੀ ਕਰਦਾ ਕਿ ਆਪਾਂ ਟੁੱਟ ਚੁੱਕੇ ਹਾਂ ਪ੍ਰਮਾਤਮਾ ਦੀ ਬੰਦਗੀ ਤੋਂ। ਕਿੱਡੀਆਂ ਕਿੱਡੀਆਂ ਸ਼ਕਤੀਆਂ। 10ਵੇਂ ਪਾਤਸ਼ਾਹ ਜੰਗਾਂ ਜੁਗਾਂ ਤੋਂ ਵਿਹਲੇ ਹੋਏ, ਦਮਦਮਾ ਸਾਹਿਬ ਦੀ ਧਰਤੀ ਤੇ, ਜਿਵੇਂ ਭਾਈ ਸਾਹਿਬ ਦੱਸ ਰਹੇ ਸੀ ਇਤਿਹਾਸ ਆਪਣੇ ਪਿੰਡ ਦਾ। ਮੈਂ ਲੰਮੇ ਜੱਟ ਪਰੇ ਰਹਿਣਾ ਤੇ ਉਹੀ ਸਾਡਾ ਪਿੰਡ ਆ, ਤੁਸੀਂ ਜਾਣਦੇ ਹੀ ਹੋ ਤਕਰੀਬਨ। ਸਾਨੂੰ ਤਾਂ ਭੋਰਾ ਬਜ਼ੁਰਗਾਂ ਤੋਂ ਸੁਣਿਆ ਹੋਇਆ, ਚਲੋ ਲਿਖਣ ਵਾਲੇ ਨੇ ਤਾਂ ਹੋ ਸਕਦਾ ਇੱਧਰ ਉੱਧਰ ਲਿਖਤੀ ਹੋਵੇ ਗੱਲ, ਕਿਉਂਕਿ ਬਾਅਦ ਚ ਫਿਰ ਕੇ ਲਿਖੇ ਗਿਆ ਇਤਿਹਾਸ। ਸਾਡੇ ਤਾਂ ਪਿੰਡ ਦੀ ਹਕੀਕਤ ਆ ਵੀ ਕਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਹੇਰਾਂ ਤੋਂ ਮਹੰਤ ਕਿਰਪਾਲ ਦਾਸ ਨੇ ਜਵਾਬ ਦਿੱਤਾ। ਦੇਖੋ ਨਦਰ ਦੀ ਗੱਲ ਆ,
ਇੱਕ ਵਾਰੀ ਨਦਰ ਆ ਭੰਗਾਣੀ ਦੇ ਜੰਗ 'ਚ ਮਹੰਤ ਕਿਰਪਾਲ ਦਾਸ ਕੁੱਤ ਕੇ ਨਾਲ ਲੜਾਈ ਕਰ ਰਿਹਾ, ਸਿਰ ਭੰਨ ਰਿਹਾ ਜ਼ਾਲਮਾਂ ਦੇ। ਸਮਾਂ ਤਬਦੀਲ ਹੋ ਗਿਆ, ਇੱਥੇ ਆ ਕੇ ਡਰ ਗਿਆ ਵੀ ਮਹਾਰਾਜ ਮੈਂ ਨਹੀਂ ਰੱਖ ਸਕਦਾ ਜੀ, ਬਈ ਇਹ ਤਾਂ ਮੁਸਲਮਾਨਾਂ ਦੇ ਪਿੰਡ ਆ, ਮੇਰਾ ਡੇਰਾ ਜਾੜ ਦੇਣਗੇ। ਸਾਡੇ ਪਿੰਡ ਦਾ ਬਾਬਾ ਰਮਦਿੱਤਾ ਭੰਗਾਣੀ ਦੀ ਜੰਗ 'ਚ ਨਾਲ ਗਿਆ। ਉੱਥੋਂ ਦੀ ਦੱਸ ਪਾਤੀ ਕਿ ਲੰਮੇ ਜਾਓ, ਲੰਮੇ ਗ੍ਰਾਮ ਆਪ ਚੱਲ ਜਾਈਏ, ਸੋ ਰਾਖੇ ਤੁਮਕੋ ਕਰ ਦਾਈਏ, ਨਰਸੋਂ ਹਜ਼ਾਰੋਂ ਦਾਦੇ ਪੋਤੇ ਲਰਬੇ ਦਿੱਡ, ਡਰ ਧਰੇ ਨਾ ਕੁੱਤੇ। ਉੱਥੇ ਹੀ ਫਿਰ ਰਾਏ ਇਕੱਲਾ ਜਾ ਕੇ ਮਿਲਿਆ, ਨੂਰਾ ਮਾਹੀ ਕਿਤੇ ਵੀ ਮਿਲ ਸਕਦਾ। ਉੱਥੋਂ ਹੀ ਫਿਰ ਪਾਤਸ਼ਾਹ ਨੇ ਭੇਜਿਆ ਨੂਰੇ ਨੂੰ, ਉੱਥੇ ਹੀ ਖਬਰ ਸੁਣ ਕੇ ਉੱਥੇ ਹੀ ਜੜ ਪੁੱਟੀ। ਦੋ ਸਥਾਨ ਬਣੇ ਹੋਏ, ਇੱਕ ਬਾਬੇ ਰਮਦਿੱਤੇ ਦੇ ਘਰੇ ਬਣਿਆ ਹੋਇਆ ਜਿਹਨੂੰ ਛੋਟਾ ਦਮਦਮਾ ਕਹਿੰਦੇ ਆ, ਇੱਕ ਪਿੰਡੋਂ ਬਾਹਰ ਉਹ ਦੋਨੇ ਦਰਵਾਜ਼ੇ ਮੌਜੂਦ ਆ ਜਿਹੜੇ ਉਦੋਂ ਸੀਗੇ, ਜਿਹੜਾ ਅੰਦਰੋਂ ਬੰਦ ਹੋ ਜਾਂਦਾ ਪਿੰਡ ਸਾਡਾ। ਤੇ ਜਿੱਥੇ ਮਹਾਰਾਜ ਨੇ ਜ਼ੁਲਮਰਾਜ ਦੀ ਜੜ ਪੁੱਟੀ ਤੇ ਉਹ ਜੰਡ ਜੀ ਤੇ ਚੜ ਕੇ ਤੇ ਆਪਣਾ ਵੇਖਿਆ ਗਿਆ ਨੂਰੇ ਮਾਹੀ ਨੂੰ ਆਉਂਦੇ ਨੂੰ। ਇੱਥੋਂ ਜਾਣ ਤੋਂ ਬਾਅਦ ਪਾਤਸ਼ਾਹ ਦਾ ਵਿਚਾਰ ਬਣਿਆ ਕਿ ਹੁਣ ਜੰਗਾਂ ਯੁੱਧਾਂ ਤੋਂ ਵਿਹਲੇ ਹੋਏ ਆ, ਥੋੜਾ ਜਿਹਾ ਸਮਾਂ ਕਿਉਂ ਨਾ ਗੁਰੂ ਨਾਨਕ ਦੇ ਘਰ ਦੀ ਜਿਹੜੀ ਬਾਣੀ ਆ ਉਹਦਾ ਪ੍ਰਚਾਰ ਕੀਤਾ ਜਾਵੇ। ਭੀੜ ਹੁਣ ਕੋਲੇ ਹੈ ਨੀ ਗੀ। ਧੀਰ ਮੱਲੀਆਂ ਨੇ ਜਵਾਬ ਦੇਤਾ ਕਿ ਜੇ ਗੁਰੂ ਆ ਤਾਂ ਆਪ ਰਚ ਲੈ। ਬੜਾ ਵੱਡਾ ਪਰਚਾ। ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭਾਈ ਮਨੀ ਸਿੰਘ ਤੇ ਬਾਬਾ ਦੀਪ ਸਿੰਘ ਨੂੰ ਧਿਆਨ ਦੀ ਅਵਸਥਾ 'ਚ ਬਿਠਾ ਕੇ ਆ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਿੱਥੋਂ ਇਕੱਠੀ ਕਰਾਈ ਜੀ? ਹੈ ਕੋਈ ਕੰਨੇ ਦਾ ਫਰਕ? ਖਾਲੀ ਖਲਾ ਚੋਂ ਇਕੱਠੀ ਕਰਾਈ ਨਾ, ਕਾਹਦੀ ਸ਼ਕਤੀ ਨਾ ਕਰਾਈ ਜਿਹਨੂੰ ਵਿਗਿਆਨ ਅੱਜ ਖੋਜਦਾ ਫਿਰਦਾ। ਇੱਕੋ ਹੀ ਸ਼ਕਤੀ, ਸਾਡੇ ਧਿਆਨ ਦੀ ਕੇਂਦਰਤ ਦੀ ਸ਼ਕਤੀ। ਆਪਾਂ ਹਰ ਰੋਜ਼ ਜਦੋਂ ਪਾਠ ਕਰਦੇ ਹਾਂ ਰਹਿ ਰਸ ਦਾ, ਉਹ 'ਚ ਸਾਨੂੰ ਸਮਝਾਇਆ ਜਾਂਦਾ ਇੱਕ ਜਾਨਵਰ ਪੰਛੀ ਦੀ ਉਦਾਹਰਣ ਦੇ ਕੇ ਕਿ ਊਡੈ ਊਡ ਆਵੈ ਸੈ ਕੋਸਾਂ, ਤਿਸ ਪਾਛੇ ਬਚਰੇ ਸ਼ਰਿਆ, ਤਨ ਕਬਨ ਖਲਾਵੈ ਕਬਨ ਸੁਗਾਵੈ, ਮਨ ਮਹਿ ਸਿਮਰਨ ਕਰਿਆ। ਇੱਕ ਪੰਛੀ ਦੇ ਧਿਆਨ 'ਚ ਏਡੀ ਤਾਕਤ ਆ, ਉਹ 100 ਕੋਹਾਂ ਤੇ ਬਿਠੀ ਹੋਈ ਬੱਚਿਆਂ ਦਾ ਧਿਆਨ ਧਰ ਕੇ ਚੋਗਾ ਚੁਗ ਰਹੀ ਆ ਤੇ ਉਹਨਾਂ ਨੂੰ ਖੁਰਾਕ ਮਿਲ ਰਹੀ ਹੈ। ਤੇ ਜੇ ਸਾਡਾ ਧਿਆਨ ਕੇਂਦਰਿਤ ਹੋ ਜੇ ਕਿੱਡੀ ਪਾਵਰ ਆ ਜੂਗੀ ਜੀ। ਟੁਕ ਦਮ ਕਰਾਰੀ ਜ਼ੋ ਕਰੋ ਹਾਜ਼ਰ ਹਜ਼ੂਰ ਖੁਦਾਏ। ਕਹਿੰਦੇ ਜੇ ਇੱਕ ਸਵਾਸ ਤੁਸੀਂ ਆਪਣੇ ਧਿਆਨ ਦੀ ਇਕਾਗਰਤਾ ਬਣਾ ਲਓ ਤਾਂ ਜਿਹੜੇ ਮਾਲਕ ਦੀਆਂ ਸਿਫਤਾਂ ਕਰਦੇ ਹੋ ਸੁਣਦੇ ਹੋ ਤੁਹਾਨੂੰ ਦਿਸਣਾ ਸ਼ੁਰੂ ਹੋ ਜਾਊਗਾ, ਹਾਜ਼ਰ ਹੋ ਜਾਊਗਾ। ਇਕਾਗਰਤਾ ਕਿਵੇਂ ਬਣਾਈਏ? ਹੁਣ ਇੱਥੇ ਮੁਸ਼ਕਲ ਆ ਸਾਰਿਆਂ ਦੀ। ਅੱਜ ਧਾਰਮਿਕ ਜਗਤ ਦੀ ਵੱਡੀ ਮੁਸ਼ਕਲ ਆ ਮਨ ਦੀ ਇਕਾਗਰਤਾ। ਬੜੇ ਸਾਧਨ ਦੱਸੇ ਜਾ ਰਹੇ ਆ, ਪਰ ਗੁਰੂ ਦੀ ਬਾਣੀ ਤੋਂ ਜਿਹੜੇ ਪਾਸੇ ਦੇ ਸਾਧਨ ਆ ਉਹ ਸਾਨੂੰ ਖਰਾਬ ਕਰ ਦੇਣਗੇ। ਪਾਤਸ਼ਾਹ ਕੀ ਸਮਝਾਉਂਦੇ ਨੇ? ਪਹਿਲਾਂ ਤਾਂ ਕਾਰਨ ਪੁੱਛੀਏ ਵੀ ਇਕਾਗਰਤਾ ਹੁੰਦੀ ਕਾਹਤੇ ਨਹੀਂ। ਮਹਾਰਾਜ ਸਮਝਾਉਂਦੇ ਆ ਕਿ ਤੁਹਾਡੇ ਵਿਚਾਰ ਨਹੀਂ ਰੁਕ ਰਹੇ। ਤੁਸੀਂ ਬਾਣੀ ਦਾ ਪਾਠ ਕਰਦੇ ਹੋ, ਹੁੰਦਾ ਨਾ ਆਪਣੇ ਨਾਲ ਗੁਟਕਾ ਸਾਹਿਬ ਪ੍ਰਕਾਸ਼ ਕਰ ਲਿਆ ਤੇ 1-2 ਮਿੰਟ ਮਨ ਹਾਜ਼ਰ ਰਿਹਾ, ਜਦੋਂ ਸਮਾਪਤੀ ਤੇ ਪਹੁੰਚੇ ਸੁਰਤੀ ਤਾਂ ਕਿਤੋਂ ਹੋਰ ਹੀ ਲੱਭੂਗੀ ਜਾ ਕੇ। ਇਸ ਤੋਂ ਬਾਅਦ ਸਿਮਰਨ ਸ਼ੁਰੂ ਹੋ ਜਾਂਦਾ, ਯਤਨ ਸਾਧਨ ਸਾਰੇ। ਪਰ ਪਾਤਸ਼ਾਹ ਨੇ ਫਿਰ ਸਾਨੂੰ ਸਮਝਾਇਆ ਜੇ ਅਸੀਂ ਬਾਣੀ ਦਾ ਗਿਆਨ ਨਹੀਂ ਲੈਂਦੇ, ਜਿਹੜੀ ਗੱਲ ਤੇ 10 ਗੁਰੂ ਸਾਹਿਬਾਨਾਂ ਨੇ ਭਗਤਾਂ ਨੇ ਜ਼ੋਰ ਲਾਇਆ ਗੁਰਬਾਣੀ 'ਚ, ਜੇ ਉਹਨੂੰ ਨਾ ਸਮਝੇ ਅਸੀਂ ਗੁਰਮਤਿ ਦੇ ਲਹਿਜੇ ਤੋਂ ਦੂਰ ਹੋ ਜਾਵਾਂਗੇ। ਰੋਜ਼ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਪੜ੍ਹਦੇ ਹਾਂ। ਕੋ ਬਤਾਨ ਕੋ ਪੂਜਤ ਹੈ ਪਸ, ਕੋ ਮਰਤਾਨ ਕੋ ਪੂਜਨ ਧਾਇਓ, ਕੋਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਜੇ ਅਸੀਂ ਆਕਾਰ ਦੇ ਉੱਪਰ ਆਪਣੇ ਧਿਆਨ ਨੂੰ ਟਿਕਾਉਨੇ ਆ ਤਾਂ ਅਸੀਂ ਗੁਰਮਤਿ ਦੇ ਲਹਿਜੇ ਤੋਂ ਦੂਰ ਚਲੇ ਜਾਵਾਂਗੇ। ਇੱਥੇ ਬੜਾ ਔਖਾ ਸਵਾਲ ਆ, ਫਿਰ ਕੀਤਾ ਕੀ ਜਾਵੇ? ਪਾਤਸ਼ਾਹ ਨੇ ਫਿਰ ਸਾਨੂੰ ਗਿਆਨ ਦਿੱਤਾ ਕਿ ਤੁਸੀਂ ਆਪਣੀ ਆਵਾਜ਼ 'ਚ ਧਿਆਨ ਟਿਕਾਓ। ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ। ਧੁਨ ਕਹਿੰਦੇ ਆ ਆਵਾਜ਼ ਨੂੰ। ਜਿਵੇਂ ਮੇਰੀ ਤੁਸੀਂ ਡਿਊਟੀ ਲਾਈ ਆ, ਮੈਂ ਬੋਲ ਰਿਹਾ,
ਆ ਖਾਲੀ ਖਲਾ 'ਚ ਆਵਾਜ਼ ਜਾ ਕੇ ਤੁਹਾਡੇ ਕੰਨਾਂ 'ਚ ਪੈ ਰਹੀ ਹੈ, ਦੀਂਦੀ ਤਾਂ ਨਹੀਂ ਜੀ ਆਵਾਜ਼ ਕਿਸੇ ਨੂੰ। ਆਵਾਜ਼ ਦਾ ਕੋਈ ਆਕਾਰ ਨਹੀਂ ਹੈ। ਜਦੋਂ ਅਸੀਂ ਆਪਣੀ ਹੀ ਆਵਾਜ਼ 'ਚ ਧਿਆਨ ਰੱਖ ਕੇ ਬਾਣੀ ਪੜਾਂਗੇ, ਉਦੋਂ ਅੱਗੇ ਸਿਮਰਨ ਕਰਾਂਗੇ, ਹੌਲੀ ਹੌਲੀ ਸਾਡੇ ਮਨ ਦੀ ਇਕਾਗਰਤਾ ਬਣ ਜੂਗੀ। ਜੇ ਨਹੀਂ ਤਾਂ ਫਿਰ ਬਣੇਗੀ ਵੀ ਨਹੀਂ। ਕਈ ਵਾਰੀ ਨਾ ਇਹੋ ਜਿਹੇ ਮੋੜ ਤੇ ਬਾਣੀ ਲੈ ਜਾਂਦੀ ਆ, ਜਦੋਂ ਪੜ੍ਹਦੇ ਆ ਵੀ ਰਾਮ ਰਾਮ ਕਰਤਾ ਸਭ ਜਗ ਫਿਰੈ, ਰਾਮ ਨਾ ਪਾਇਆ ਜਾਏ, ਮਨਮੁਖ ਹਰ ਹਰ ਕਰ ਥਕੇ, ਮੈਲ ਨਾ ਸਕੇ ਧੋਏ। ਫਿਰ ਫਿਕਰ ਜਿਹਾ ਨਹੀਂ ਬਣਦਾ ਵੀ ਕੀ ਗੱਲ ਆ ਇਹ। ਇੱਕ ਪਾਸੇ ਬਾਣੀ ਕਹਿੰਦੀ ਸੁਪਨੇ ਹੂੰ ਬਰੜਾਏ ਕੈ, ਜੇ ਮੁਖ ਨਿਕਸੇ ਰਾਮ ਤਾਕੇ ਪਾਕੀ ਪਾਨ ਹੀ ਮੇਰੇ ਤਨ ਕੋ ਚਾਮ। ਕਬੀਰ ਸੋਈ ਮੁਖ ਧਨ ਹੈ, ਸੋ ਜੋ ਮੁਖ ਕਹੀਏ ਰਾਮ ਦੇਹੀ, ਕਿਸ ਕੀ ਬਾਪਰੀ ਪਵਿੱਤਰ ਹੋਏ ਗੋ ਗ੍ਰਾਮ। ਫਰਕ ਆ ਨਾ ਜੀ ਕੋਈ। ਫਿਰ ਗੁਰਮੁਖ ਪਿਆਰਿਓ, ਆਪਾਂ ਸੋਝੀ ਲੈਣਾ ਹੈ ਅੱਜ। ਜਦੋਂ ਗੁਰਬਾਣੀ ਪੜ੍ਹਨੀ ਹੈ, ਰਸਨਾ ਨਾਲ ਬੋਲਿਆ ਜਾਵੇ ਤੇ ਕੰਨਾਂ ਦੇ ਨਾਲ ਸੁਣਿਆ ਜਾਵੇ ਕੀ ਹੁਕਮ ਹੋ ਰਿਹਾ। ਘੱਟ ਭੱਜੂਗਾ ਮਨ ਜਦੋਂ ਖੋਜੀ ਬਣ ਕੇ ਪੜਾਂਗੇ। ਜਦੋਂ ਸ਼ੁਰੂ ਕਰਾਂਗੇ ਇੱਕ ਓੰਕਾਰ, ਸੁਰਤ ਨੂੰ ਸੋਚਣਾ ਪਊਗਾ ਕਿ ਇੱਕ ਕੀ ਆ। ਜੋ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਵਾਲ ਕੀਤਾ ਸੀ ਪਾਂਧੇ ਨੂੰ, ਜਦੋਂ ਪੜ੍ਹਨ ਭੇਜਿਆ ਗਿਆ, ਉਹਨੇ ਪੱਟੀ ਦੇ ਉੱਪਰ ਲਿਖਤਾ ਇੱਕ, ਤੇ ਮਹਾਰਾਜ ਨੂੰ ਕਹਿੰਦਾ ਬੋਲੋ ਜੀ ਅਲਫ। ਉਹ ਕਹਿੰਦੇ ਜੀ ਅਲਫ। ਜੋ ਦੂਸਰਾ ਅੱਖਰ ਲਿਖਣ ਲੱਗੇ, ਮਹਾਰਾਜ ਕਹਿੰਦੇ ਜੀ ਰੁਕ ਜਾਓ ਥੋੜਾ ਜਿਹਾ, ਦੱਸੋ ਪਹਿਲਾਂ ਇੱਕ ਦਾ ਮਤਲਬ ਦੱਸ ਦਿਓ, ਇੱਕ ਕੀ ਹੈ। ਅਣਜਾਣ ਸੀ ਟੀਚਰ ਵਿਚਾਰਾ। ਹੁਣ ਜਿੱਦੇ ਸਾਡੇ ਮਨ ਨੇ ਇਹ ਕਰਨਾ ਮਿਥ ਲਿਆ ਵੀ ਇੱਕ ਓੰਕਾਰ, ਵੀ ਇੱਕ ਕੀ ਆ, ਤੇ ਉਹਦੇ ਚੋਂ ਆਕਾਰ ਕਿਵੇਂ ਪੈਦਾ ਹੋਇਆ। ਫਿਰ ਰੁਕਣਾ ਪਊਗਾ ਨਾ। ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ, ਜਿੰਨੀ ਵੀ ਬਾਣੀ ਆਪਾਂ ਪੜ੍ਹਦੇ ਹਾਂ। ਇਦੋਂ ਬਾਅਦ ਫਿਰ ਸਾਨੂੰ ਸੌਖਾ ਕਰਤਾ ਕਿ ਤੁਸੀਂ ਅਭਿਆਸ ਕਰੋ। ਮਾਫ ਕਰਨਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਸਾਨੂੰ ਇੱਕ ਕਰਮ ਕਰਨ ਨੂੰ ਕਿਹਾ, ਜੀ ਤੋਂ ਅੱਜ ਆਪਾਂ ਭੱਜ ਰਹੇ ਹਾਂ ਸਾਰੇ। ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ। ਭੱਜ ਰਹੇ ਹਾਂ ਸਾਰੇ ਬਈ ਸਾਡੇ ਕੋਲੇ ਤਾਂ ਸਮਾਂ ਹੀ ਨਹੀਂ ਜੀ, ਕਦੋਂ ਬਹਿ ਕੇ ਅਸੀਂ ਵਾਹਿਗੁਰੂ ਵਾਹਿਗੁਰੂ ਕਰ ਲਈਏ। ਜਾਂ ਕਈ ਕਹਿੰਦੇ ਤੋਤਾ ਰਟਣੀ ਆ, ਪਤਾ ਵਿਚਾਰਿਆਂ ਨੂੰ ਡੱਕਾ ਨਹੀਂ। ਹੁਣ ਤੋਤਾ ਰਟਣੀ ਕਿਹਨੂੰ ਕਹਿੰਦੇ ਆ ਜੀ, ਥੋੜਾ ਜਿਹਾ ਧਿਆਨ 'ਚ ਰਹਿਓ। ਕਿਸੇ ਸਾਧੂ ਨੇ ਤੋਤਾ ਪਾਲ ਲਿਆ ਬੜੇ ਪਿਆਰ ਦੇ ਨਾਲ। ਸਾਧੂ ਨੇ ਅੰਤਮ ਸਮਾਂ ਆਪਦਾ ਨੇੜੇ ਦੇਖ ਲਿਆ। ਉਹ ਤੋਤੇ ਨੂੰ ਕਹਿੰਦਾ ਵੀ ਸੱਜਣਾ, ਹੁਣ ਆਪਣਾ ਤਾਂ ਸਮਾਂ ਹੋ ਗਿਆ ਪੂਰਾ, ਆਪਾਂ ਤਾਂ ਸੰਸਾਰ 'ਚੋਂ ਜਾਣਾ, ਤੈਨੂੰ ਇੱਕ ਮੈਂ ਸਬਕ ਸਿਖਾਉਣਾ, ਇਹਨੂੰ ਰੱਟ ਲਾ। ਉਹ ਕਹਿੰਦਾ ਜੀ ਦੱਸੋ। ਕਹਿੰਦੇ ਜਦੋਂ ਤੈਨੂੰ ਮੈਥੋਂ ਆਜ਼ਾਦ ਕਰਤਾ, ਤੈਨੂੰ ਸ਼ਿਕਾਰੀ ਫੜਨ ਵਾਸਤੇ ਆਊਗਾ ਬਾਹਰ। ਉਹਨੇ ਸਿਖਾਇਆ ਉਹਨੂੰ ਕਿ ਸ਼ਿਕਾਰੀ ਆਏਗਾ, ਚੋਗਾ ਪਾਏਗਾ, ਜਾਲ ਫਸਾਏਗਾ, ਸ਼ਿਕਾਰੀ ਕੇ ਜਾਲ ਮੇਂ ਨਹੀਂ ਫਸਣਾ। ਤੋਤੇ ਨੇ ਪੂਰਾ ਰੱਟ ਲਿਆ। ਸਾਧੂ ਨੇ ਸਮਾਂ ਜਾਣ ਕੇ ਛੱਡਤਾ। ਸਾਧੂ ਸੰਸਾਰ 'ਚੋਂ ਸਰੀਰ ਛੱਡ ਕੇ ਚਲੇ ਗਏ। ਤੋਤਾ ਡਾਰੀ ਮਾਰ ਕੇ ਦਰਖਤ ਤੇ ਬਹਿ ਗਿਆ। ਸ਼ਿਕਾਰੀ ਆਇਆ ਫੜਨ ਵਾਸਤੇ। ਜਦੋਂ ਜਾਲ ਜਿਹਾ ਲਾਉਣ ਲੱਗਿਆ, ਤੋਤੇ ਨੇ ਬੋਲਣਾ ਸ਼ੁਰੂ ਕਰਤਾ ਕਿ ਸ਼ਿਕਾਰੀ ਆਏਗਾ, ਜਾਲ ਫਸਾਏਗਾ, ਚੋਗਾ ਪਾਏਗਾ, ਸ਼ਿਕਾਰੀ ਦੇ ਜਾਲ 'ਚ ਨਹੀਂ ਫਸਣਾ। ਸ਼ਿਕਾਰੀ ਨੇ ਸੋਚਿਆ ਵੀ ਬੜਾ ਸਿਆਣਾ ਤੋਤਾ, ਇਹ ਤਾਂ ਨਹੀਂ ਫਸਦਾ। ਉਹਨੇ ਜਾਲ ਚੱਕਿਆ, ਹੋਰ ਜਗ੍ਹਾ ਚਲਿਆ ਗਿਆ। ਦੂਸਰੇ ਦਿਨ ਫੇਰ ਆਇਆ, ਫੇਰ ਬੋਲਣਾ ਤੋਤੇ ਨੇ ਸ਼ੁਰੂ ਕਰਤਾ ਕਿ ਸ਼ਿਕਾਰੀ ਆਏਗਾ, ਚੋਗਾ ਪਾਏਗਾ, ਜਾਲ ਫਸਾਏਗਾ, ਸ਼ਿਕਾਰੀ ਦੇ ਜਾਲ 'ਚ ਨਹੀਂ ਫਸਣਾ। ਧੰਨਵਾਦ ਜੀ। ਤੇ ਉਹ ਸ਼ਿਕਾਰੀ ਫੇਰ ਚਲਿਆ ਗਿਆ। 2-3 ਦਿਨ ਚੱਲਦਾ ਰਿਹਾ ਕੰਮ। ਇੱਕ ਦਿਨ ਸ਼ਿਕਾਰੀ ਦੇ ਮਨ 'ਚ ਵਿਚਾਰ ਆਇਆ ਕਿ ਵੇਖ ਲਈਏ ਇਹਨੂੰ ਗਿਆਨ ਵੀ ਆ ਕਿ ਤੋਤਾ ਰਾਟੀ ਆ। ਉਹਨੇ ਜਾਲ ਲਾਤਾ। ਤੋਤਾ ਉਤਰਿਆ, ਚੋਗਾ ਚੁਗਦਾ ਚੁਗਦਾ ਜਾਲ 'ਚ ਫਸ ਗਿਆ। ਜਾਲ 'ਚ ਫਸਿਆ ਵੇ ਵੀ ਕਰੀ ਜਾਵੇ ਨਾ, ਸ਼ਿਕਾਰੀ ਆਏਗਾ, ਚੋਗਾ ਪਾਏਗਾ, ਜਾਲ ਫਸਾਏਗਾ, ਸ਼ਿਕਾਰੀ ਦੇ ਜਾਲ 'ਚ ਨਹੀਂ ਫਸਣਾ। ਉਹ ਕਹਿੰਦੇ ਫਸਿਆ ਤਾਂ ਬੈਠਾ,
ਕਹਿੰਦਾ ਜੀ ਮੇਰੀ ਤਾਂ ਤੋਤਾ ਰਟੀ ਆ, ਪਤਾ ਪੁਤਾ ਮੈਨੂੰ ਕੁਛ ਨਹੀਂ। ਕਈ ਵਾਰ ਸਾਨੂੰ ਭਰਮਾ ਦਿੱਤਾ ਜਾਂਦਾ, ਪਰ ਇੱਕ ਗੱਲ ਆਪਾਂ ਮਨ 'ਚ ਵਸਾ ਲਓ, ਜਿੰਨਾ ਚਿਰ ਗੁਰਮੰਤਰ ਦਾ ਅਭਿਆਸ ਨਹੀਂ ਕਰਦੇ, ਉਹ ਵੀ ਦੱਸੀ ਹੋਈ ਗੁਰੂ ਨਾਨਕ ਸਾਹਿਬ ਦੀ ਵਿਧੀ ਨਾਲ ਨਹੀਂ ਕਰਦੇ। ਅੰਤਰ ਸਵਾਸ ਜੇ ਵਾਹੇ ਮਿਲਾਵੇਂ, ਨਿਕਸੇ ਵਹਿਰ ਤਾਂ ਗੁਰੂ ਅਲਾਵੇਂ। ਆਪਣੀ ਆਵਾਜ਼ ਦੇ ਨਾਲ ਸਾਡੀ ਸੁਰਤੀ ਜੁੜਦੀ ਨਹੀਂ, ਉਨਾ ਚਿਰ ਅਸੀਂ ਇਹ ਤਿੰਨੇ ਤਰ੍ਹਾਂ ਦੇ ਵਿਚਾਰਾਂ ਤੋਂ ਮੁਕਤੀ ਨਹੀਂ ਪਾ ਸਕਾਂਗੇ। ਜਿੰਨਾ ਚਿਰ ਤਿੰਨੇ ਤਰ੍ਹਾਂ ਦੇ ਵਿਚਾਰਾਂ ਤੋਂ ਉੱਪਰ ਨਹੀਂ ਉੱਠਦੇ, ਉਨਾ ਚਿਰ ਸਾਡੇ ਮਨ ਨੂੰ ਪੂਰਨ ਤੌਰ ਤੇ ਸ਼ਾਂਤੀ ਨਹੀਂ ਆਵੇਗੀ। ਸਾਨੂੰ ਸਾਡੇ ਮਾਲਕ ਦਾ ਜਿਹੜਾ ਖੇਲ ਆ, ਉਹਦਾ ਮਿਲਾਪ ਆ, ਜਾਂ ਉਦੋਂ ਉਰੇ ਦੀਆਂ ਗੱਲਾਂ, ਉਹ ਸਾਡੇ ਅੰਦਰ ਪ੍ਰਗਟ ਹੋਣਗੀਆਂ ਨਹੀਂ। ਤੇ ਪਾਤਸ਼ਾਹ ਭਗਤ ਕਬੀਰ ਜੀ ਸਮਝਾ ਰਹੇ ਸੀ, ਟੁਕ ਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ। ਜਦੋਂ ਇਸ ਵਿਧੀ ਕਰਦੇ ਕਰਦੇ ਕਿਤੇ ਇੱਕ ਛਿਨ ਭਰ ਵੀ ਮਨ ਟਿਕ ਗਿਆ, ਕੋਈ ਨਾ ਕੋਈ ਸਾਨੂੰ ਰੂਹਾਨੀਅਤ ਦਾ ਝਲਕਾਰਾ ਅੰਦਰੋਂ ਪੈ ਗਿਆ, ਫੇਰ ਸਾਡਾ ਪ੍ਰਮਾਤਮਾ ਨਾਲ ਪਿਆਰ ਸੱਚਾ ਪਊਗਾ। ਨਹੀਂ ਤਾਂ ਦੁਬਦਾ 'ਚ ਹੀ ਰਹਿ ਜਾਂਦਾ ਇਨਸਾਨ ਕਿ ਰੱਬ ਹੈਗਾ ਕਿ ਹੈ ਨਹੀਂ। ਫਿਰ ਉਹਨਾਂ ਨੇ ਆਪਾਂ ਨੂੰ ਸਮਝਾਇਆ, ਕਰ ਫਕਰ ਦਾਇਮ ਲਾਏ ਚਸ਼ਮੇ ਜੈ ਤਹਾਂ ਮੌਜੂਦ। ਇੱਕ ਚਸ਼ਮਾ ਦੱਸ ਰਹੇ ਆ ਭਗਤ ਕਬੀਰ ਜੀ, ਐਨਕ, ਜਿਵੇਂ ਆਪਣੇ ਅੱਖਾਂ ਤੇ ਹੁਣ ਨਿਗਾਹ ਤੋਂ ਲਾਉਨੇ ਆਪਾਂ, ਇੱਕ ਭਗਤੀ ਦੀ ਐਨਕ। ਜਦੋਂ ਕਰਦੇ ਕਰਦੇ ਸਾਡਾ ਮਨ ਟਿਕਾਓ 'ਚ ਚਲਿਆ ਗਿਆ, ਮਾਲਕ ਸਾਨੂੰ ਦਿਸਣਾ ਸ਼ੁਰੂ ਹੋ ਜਾਊਗਾ। ਫਿਰ ਜਿਨ੍ਹਾਂ ਨੇ ਵੇਖਿਆ ਜਾਂ ਜਿਨ੍ਹਾਂ ਨੇ ਇਸ ਅਵਸਥਾ 'ਚ ਜਾਣਾ ਸਿੱਖਿਆ, ਉਹਨਾਂ ਦੇ ਆਪਾਂ ਇਤਿਹਾਸ ਪੜ੍ਹਦੇ ਹਾਂ। ਭਾਈ ਮਤੀ ਦਾਸ ਵਰਗੇ ਆਰਿਆਂ ਨਾਲ ਚਿਰਗੇ, ਮੁੱਖੋਂ ਸੀ ਨਹੀਂ ਵੱਟੀ ਗਈ। ਅੱਜ ਦਾ ਸਮਾਜ ਜਿਹ 'ਚ ਆਪਾਂ ਚੱਲ ਰਹੇ ਹਾਂ, ਮਾਫ ਕਰਨਾ ਸਾਰੇ ਤਾਂ ਨਹੀਂ, ਬਹੁਤ ਲੋਕ 50-50, 100-100 ਰੁਪਏ ਖਾਤਰ ਮਹਾਰਾਜ ਦੀਆਂ ਝੂਠੀਆਂ ਸੌਹਾਂ ਖਾ ਜਾਂਦੇ ਆ। ਇਹਦੀ ਹਜ਼ੂਰੀ 'ਚ ਬਹਿ ਕੇ ਐਸੀਆਂ ਗੱਲਾਂ ਕਰ ਲੈਂਦੇ ਆ ਕਿ ਰੱਬ ਕਿਹੜਾ ਵੇਖਦਾ ਜੀ। ਥੋੜੀ ਥੋੜੀ ਗੱਲ ਤੇ ਸਾਡੇ ਅਮਾਨ ਵਿਕ ਰਹੇ ਆ। ਤੇ ਕਿੱਥੇ ਇੱਥੇ ਮਤੀ ਦਾਸ ਉਹਨਾਂ ਦੇ ਇਤਿਹਾਸ ਪੜ੍ਹਦੇ ਆ, ਇੱਕ ਪਾਸੇ ਆਰੇ ਦਿਖਾਏ ਜਾ ਰਹੇ ਆ, ਇੱਕ ਪਾਸੇ ਦੁਨੀਆ ਦੀ ਸਾਰੀ ਦੌਲਤ ਰੱਖੀ ਜਾ ਰਹੀ ਹੈ। ਇੱਧਰ ਆ ਜੋ ਦੌਲਤ ਲੈ ਲਓ, ਨਹੀਂ ਆਰਾ। ਉੱਥੇ ਪਤਾ ਕੀ ਆਵਾਜ਼ ਆਈ, ਕਰਬਤ ਭਲਾ ਨਾ ਕਰਬਟ ਤੇਰੀ, ਲਾਗ ਗਲੇ ਸੁਣ ਬੇਨਤੀ ਮੇਰੀ। ਪਾਤਸ਼ਾਹ ਕਰਬਤ ਕਹਿੰਦੇ ਨੇ ਆਰੇ ਨੂੰ, ਕਰਬਟ ਕਹਿੰਦੇ ਨੇ ਮੁੱਖ ਭਮਾਉਣ ਨੂੰ, ਕਿ ਤੇਰੇ ਵੱਲੋਂ ਮੁੱਖ ਨਾ ਮੁੜੇ, ਸਾਨੂੰ ਆਰਾ ਚੰਗਾ। ਦੂਸਰੇ ਪਾਸੇ ਈਸਾ ਜੀਆਂ ਵਰਗਿਆਂ ਦੇ ਆਪਾਂ ਇਤਿਹਾਸ ਪੜ੍ਹਦੇ ਹਾਂ, ਜਿਨ੍ਹਾਂ ਦਾ ਬੜਾ ਬੋਲਬਾਲਾ ਹੁਣ ਤਾਂ ਆਪਣੇ ਵੀ ਇਲਾਕੇ 'ਚ ਆਉਣ ਲੱਗ ਗਏ, ਤੇ ਅਸੀਂ ਉਹਨਾਂ ਦੇ ਪਖੰਡ ਨੂੰ ਵੇਖ ਵੇਖ ਕੇ ਬੜੇ ਭੱਜ ਭੱਜ ਕੇ ਜਾਂਦੇ ਆ ਉੱਥੇ, ਕਿਉਂਕਿ ਤਮਾਸ਼ਾ ਬਹੁਤ ਹੋ ਰਿਹਾ। ਜੇ ਸਾਨੂੰ ਪਤਾ ਹੋਵੇ ਕਿ ਕਿੱਧਰ ਨੂੰ ਚੱਲ ਰਹੇ ਹਾਂ ਅਸੀਂ। ਈਸਾ ਜੀ ਨੂੰ ਸੂਲੀ ਤੇ ਟੰਗਿਆ ਗਿਆ, ਕਿੱਲ ਲਾ ਦਿੱਤੇ ਗਏ ਹੱਥਾਂ ਪੈਰਾਂ 'ਚ, 13 ਚੇਲੇ ਗਏ ਨਾਲ, 13। ਉਹ ਯਹੂਦੀ ਕਹਿੰਦੇ ਬਈ ਜੇ ਤਾਂ ਇਹਦੇ ਵੱਲ ਰਹਿਣਾ ਤਾਂ ਤੁਹਾਨੂੰ ਵੀ ਸੂਲੀ ਟੰਗਾਂਗੇ ਤੇ ਤੁਹਾਡੇ ਕਿੱਲ ਲਾਵਾਂਗੇ, ਜੇ ਜਾਨ ਪਿਆਰੀ ਹੈ ਤਾਂ ਵਾਪਸ ਹੋ ਜਾਓ। 13 ਦੇ 13 ਵਾਪਸ ਹੋ ਗਏ ਉੱਥੋਂ। ਈਸਾ ਜੀ ਦੀ ਅੱਖਾਂ 'ਚੋਂ ਹੰਝੂ ਆਏ। ਪੁੱਛਿਆ, ਕਹਿੰਦੇ ਜੀ ਕੀ ਗੱਲ ਰੋਨੇ ਹੋ? ਕਹਿੰਦੇ ਜੀ ਹਾਂ। ਪੀੜ ਲੱਗਦੀ ਹੈ? ਕਹਿੰਦੇ ਨਹੀਂ। ਕਾਰਨ? ਉਹ ਕਹਿੰਦਾ ਉਹ ਜਿਹੜੇ ਮਕਸਦ ਦੀ ਖਾਤਰ ਮੈਂ ਸਾਰੀ ਜ਼ਿੰਦਗੀ ਲਾ ਕੇ ਅਸੂਲੀ ਤੱਕ ਆ ਗਿਆ, ਇੱਕ ਵੀ ਚੇਲਾ ਮੇਰੇ ਪਿੱਛੇ ਪੇਸ਼ ਨਹੀਂ ਆ, ਪਾਸ ਨਹੀਂ ਹੋਇਆ। ਚੰਡੀਗੜ੍ਹ 'ਚ 13 ਸੈਕਟਰ ਨਹੀਂ ਹੈ, ਜੇ ਮੈਂ ਨਾ ਭੁੱਲਦਾ ਹੁਣ। ਬ੍ਰਿਟਿਸ਼ ਏਅਰਲਾਈਨ ਚੱਲਦੀ ਆ, ਦੱਸਣ ਵਾਲੇ ਦੱਸਦੇ ਆ ਉਹ 'ਚ 13 ਨੰਬਰ ਸੀਟ ਨਹੀਂ ਰੱਖੀ ਗਈ। ਇੰਨਾ ਮਾੜਾ ਮੰਨਦੇ ਆ ਉਹ 13 ਬੰਦਿਆਂ ਦਾ ਕਰਕੇ। ਅਸੀਂ ਜਿਹੜੇ ਇਤਿਹਾਸ ਦੇ ਵਾਰਸ ਹਾਂ, ਜਿਹੜੇ ਗੁਰੂਆਂ ਨੂੰ ਅਸੀਂ ਮੰਨਣ ਵਾਲੇ ਹਾਂ, ਇੱਥੇ ਆਰਿਆਂ ਨਾਲ ਚਿਰ ਸਕਦੇ ਆ। ਇੱਥੇ ਰੂਈ 'ਚ ਲਪੇਟ ਕੇ ਅਗਨ ਭੇਟ ਹੋ ਗਏ ਤੇ ਦੇਗੇ 'ਚ ਬੈਠ ਕੇ ਪਾਣੀ ਬਾਲਤਾ, ਹੱਡਾਂ ਨਾਲੋਂ ਮਾਸ ਵੱਖ ਹੋ ਰਿਹਾ। ਲੱਖੀ ਸ਼ਾਹ ਬਣਜਾਰੇ ਵਰਗਿਆਂ ਨੇ ਸੀਸ ਦੀ ਤਾਂ ਧੜ ਦੀ ਸੰਭਾਲ ਕਰਨ ਵਾਸਤੇ ਅੱਗਾਂ ਲਾਤੀਆਂ ਘਰਾਂ ਨੂੰ। ਰਕਾਬਗੰਜ ਉਦੋਂ ਪਿੰਡ ਸੀ, ਹੁਣ ਦਿੱਲੀ 'ਚ ਆ ਗਿਆ ਸ਼ਹਿਰ 'ਚ। ਲੱਖੀ ਸ਼ਾਹ ਨੇ ਮਹਾਰਾਜ ਦਾ ਚੱਕ ਕੇ ਧੜ
ਸੰਸਕਾਰ ਕਰਨ ਦੇ ਨਾਲ ਵਿਧੀ ਬਣਾ ਕੇ ਘਰ ਨੂੰ ਹੀ ਅੱਗ ਲਾਤੀ। ਲੋਕ ਕਹਿੰਦੇ ਉਹ ਲੱਖੀ ਸ਼ਾਹ ਤੇਰਾ ਘਰ ਛੱਡਦਾ, ਕਹਿੰਦਾ ਸਾਨੂੰ ਭੇਤ ਨਹੀਂ ਪਵਿੱਤਰ ਹੁੰਦਾ। ਅਪਵਿੱਤਰ ਹੋਇਆ ਖੜਾ ਅੱਜ, ਸਾਰੀ ਦੁਨੀਆ ਮੰਨਦੀ ਹੈ। ਭਾਈ ਜੈਤੇ ਵਰਗੇ ਕਿੱਡੀਆਂ ਕਿੱਡੀਆਂ ਮੁਸ਼ਕਲਾਂ ਦੇ ਨਾਲ ਮਹਾਰਾਜ ਦਾ ਸੀਸ ਲੈ ਕੇ ਆ ਗਏ ਦਿੱਲੀ ਆਨੰਦਪੁਰ ਸਾਹਿਬ। ਅਸੀਂ ਉਸ ਇਤਿਹਾਸ ਦੇ ਵਾਰਸ ਹਾਂ ਤੇ ਚੱਲ ਕਿੱਧਰ ਨੂੰ ਰਹੇ ਆ? ਕਿਉਂ? ਸਾਨੂੰ ਵਿਸ਼ਵਾਸ ਨਹੀਂ ਰਿਹਾ, ਅਸੀਂ ਤਮਾਸ਼ੇ ਮਗਰ ਲੱਗਦੇ ਹਾਂ, ਅਸੀਂ ਅਸਲ ਨੂੰ ਛੱਡ ਕੇ ਨਕਲ ਮਗਰ ਦੌੜਦੇ ਹਾਂ। ਇਹ ਜਿਹੜਾ ਘਰ ਆ ਤੁਹਾਡੇ ਨਗਰ ਦੇ ਸੇਵਾਦਾਰ, ਮੈਂ ਨਾਂ ਵਿਸਰ ਗਿਆ, ਚੱਲ ਰਹੀ ਸੀ ਗੱਲ, ਇਹ ਦਰ ਦੀ ਸੇਵਾ ਬੜੀ ਔਖੀ ਹੈ। ਪਾਤਸ਼ਾਹ ਨੇ ਵੀ ਗੁਰਬਾਣੀ ਚ ਲਿਖਦਾ, ਗੁਰ ਪੀਰਾਂ ਕੀ ਚਾਕਰੀ ਮਹਾ ਕਰੜੀ ਸੁਖ ਸਾਰ, ਨਦਰ ਕਰੇ ਜਿਸ ਆਪਣੀ ਤਿਸ ਲਾਏ ਹੇਤ ਪਿਆਰ। ਜਿਨ੍ਹਾਂ ਜਿਨ੍ਹਾਂ ਨੇ ਕੀਤੀ ਉਹਨਾਂ ਦੇ ਲੋਕ ਤੇ ਪਰਲੋਕ ਮਹਾਰਾਜ ਨੇ ਸਹੇਲੇ ਕਰਤੇ, ਸੁਖੀ ਕਰਤੇ। ਜਿਨ੍ਹਾਂ ਜਿਨ੍ਹਾਂ ਨੇ ਬੈਰ ਬੰਨਿਆ ਉਹਨਾਂ ਦਾ ਜੋ ਹਾਲਾਤ ਆਪਾਂ ਵੇਖਿਆ ਆਪਣੀਆਂ ਅੱਖਾਂ ਦੇ ਸਾਹਮਣੇ। ਇਸ ਕਰਕੇ ਇਹ ਜਿਹੜੇ ਮਨਾਏ ਹੋਏ ਪ੍ਰੋਗਰਾਮ ਆ, ਇਹ ਨੂਰਾਂ ਮਾਹੀ ਕਲੱਬ ਦਾ ਇੱਕੋ ਹੀ ਮਕਸਦ ਆਪਣੇ ਸਾਹਮਣੇ ਆਉਂਦਾ ਕਿ ਅਸੀਂ ਆਪਣੇ ਵਿਰਸੇ ਤੋਂ ਜਾਣੂ ਹੋ ਜਾਈਏ। ਅਸੀਂ ਆਪਣੇ ਗੁਰੂ ਸਾਹਿਬਾਨਾਂ ਦੇ ਦਿੱਤੇ ਹੋਏ ਇਤਿਹਾਸ ਜਦੋਂ ਪੜ੍ਹਦੇ ਹਾਂ, ਕੁਰਬਾਨੀਆਂ ਭਰੇ, ਉਹਨਾਂ ਦਾ ਸਾਡੇ ਮਨਾਂ ਦੇ ਅੰਦਰ ਪਿਆਰ ਬਣੇ। ਜੋ ਦਸੇ ਗੁਰੂ ਸਾਹਿਬਾਨਾਂ ਨੇ, ਭਗਤਾਂ ਨੇ, ਭੱਟਾਂ ਨੇ, ਜੋ ਸਾਨੂੰ ਆ ਗਿਆਨ ਦਿੱਤਾ, ਪੋਥੀ ਪਰਮੇਸ਼ਰ ਕਾ ਥਾਨ, ਇਹਦੇ ਨਾਲ ਜੁੜ ਜੀਏ। ਜਿਹੜਾ ਜੁੜ ਜੂ ਚੰਗਾ ਰਹੂ, ਜਿਹੜਾ ਟੁੱਟ ਜੂ ਉਹ ਫਿਰ ਦੁੱਖ ਹੀ ਪਾਉਂਦਾ ਸੰਸਾਰ 'ਚ। ਅੱਜ ਸਾਡੀ ਖੁਆਰੀ ਦਾ ਇੱਕੋ ਹੀ ਕਾਰਨ ਆ, ਹਰ ਬਿਸਰਤ ਸਦਾ ਖੁਆਰੀ। ਆਪਾਂ ਗੁਰੂ ਪਿਆਰ ਵਾਲਿਓ ਉਦਮ ਕਰਿਆ ਕਰੀਏ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਹਾਵੇ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਬਿਖ ਪਾਪ ਦੋਖ ਲੈ ਜਾਵੇ। ਫਿਰ ਚੜੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ। ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰੂ ਮਨ ਭਾਵੇ। ਜਿਸਨੂੰ ਦਿਆਲ ਹੋਏ ਮੇਰਾ ਸੁਆਮੀ, ਤਿਸ ਗੁਰ ਸਿੱਖ ਗੁਰ ਉਪਦੇਸ਼ ਸੁਣਾਵੇ। ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ, ਜੋ ਆਪ ਜਪੇ ਅਵਰਾ ਨਾਮ ਜਪਾਵੇ। ਇੱਥੇ ਆਉਣਾ ਪੈਣਾ ਆਪਾਂ ਨੂੰ। ਅੱਜ ਆ ਜੋ, ਠਹਿਰ ਕੇ ਆ ਜਿਓ। ਜਿੰਨਾ ਜਲਦੀ ਆ ਜਾਂਗੇ ਚੰਗੇ ਰਵਾਂਗੇ, ਜਿੰਨਾ ਲੇਟ ਹੋਵਾਂਗੇ ਮੁਸ਼ਕਲ ਆਊਗੀ। ਇਹ ਜਦੋਂ ਆਪਾਂ ਅਭਿਆਸ ਕਰਨਾ, ਜਿਨ੍ਹਾਂ ਨੂੰ ਭੇਦ ਆ ਬਹੁਤ ਅੱਛੀ ਗੱਲ ਹੈ, ਜੇ ਨਹੀਂ ਭੇਦ ਤਾਂ ਥੋੜੀ ਜੀ ਜਾਣਕਾਰੀ ਸਾਂਝੀ ਕਰ ਲਓ। ਸਰੀਰ ਨੂੰ ਰਿਲੈਕਸ ਕਰਕੇ ਬੈਠਣਾ, ਨੇਤਰ ਆਪਣੇ ਬੰਦ ਕਰਨੇ ਆ ਤਾਂ ਕਿ ਦ੍ਰਿਸ਼ਟਮਾਨ ਮਾਇਆ ਤੋਂ ਛੁਟਕਾਰਾ ਹੋ ਜੇ। ਨਹੀਂ, ਮਨ ਜਿਹੜੀ ਚੀਜ਼ ਨੂੰ ਵੇਖਦਾ ਉਧਰ ਨੂੰ ਭੱਜਦਾ। ਨੇਤਰ ਤੁਸੀਂ ਬੰਦ ਕਰ ਲਏ, ਆ ਦ੍ਰਿਸ਼ਟਮਾਨ ਮਾਇਆ ਤੋਂ ਛੁਟਕਾਰਾ ਹੋ ਗਿਆ। ਫਿਰ ਇਹ ਸੂਖਮ ਵਿਚਾਰਾਂ ਦੀ ਮਾਇਆ ਸ਼ੁਰੂ ਹੁੰਦੀ ਹੈ, ਜਿਹੜੀ ਨਾ ਦੀਂਦੀ ਆ ਨਾ ਜਿਹਦੇ ਦੰਦ ਆ, ਜਿਹਨੂੰ ਆਪਾਂ ਪੜ੍ਹਦੇ ਹਾਂ, ਮਾਇਆ ਮਮਤਾ ਮੋਹਣੀ ਜਿਨ ਬਿਨ ਦੰਤਾਂ ਜੱਗ ਖਾਇਆ। ਉਹ ਵਿਚਾਰਾਂ ਦੀ ਸੂਖਮ ਮਾਇਆ ਤੋਂ ਛੁਟਕਾਰਾ ਪਾਉਣ ਵਾਸਤੇ ਸਾਸ ਗਰਾਸ ਵਿਧੀ ਦੁਆਰਾ ਆਪਾਂ ਸਿਮਰਨ ਕਰਨਾ, ਤੇ ਮਨ ਦੀ ਇਕਾਗਰਤਾ ਵਾਸਤੇ ਆਪਣੀ ਆਵਾਜ਼ 'ਚ ਧਿਆਨ ਲਾਉਣਾ। ਤੇ ਜਦੋਂ ਸਵਾਸ ਅੰਦਰ ਨੂੰ ਜਾਂਦਾ, ਇਹ 'ਚ ਧਿਆਨ ਮਿਲਾ ਕੇ ਬੋਲਣਾ ਵਾਹੇ। ਜਿੱਥੇ ਤੱਕ ਪਾਉਣ ਜਾਂਦੀ ਆ ਉੱਥੇ ਤੱਕ ਧਿਆਨ ਲੈ ਕੇ ਜਾਣਾ। ਆ ਨਾਭੀ ਤੱਕ, ਆ ਇਸ ਜਗ੍ਹਾ ਤੋਂ ਤੇ ਨਾਭੀ ਤੱਕ ਆਪਣੀ ਪਾਉਣ ਚੱਲਦੀ ਏ। ਇਹਨੂੰ ਦੋ ਸਿਰੇ ਕਿਹਾ ਹੋਇਆ। ਥੋੜਾ ਜਿਹਾ ਉੱਥੇ ਰੁਕ ਕੇ ਜਦੋਂ ਸਵਾਸ ਵਾਪਸ ਆਉਂਦਾ ਉਦੋਂ ਬੋਲਾਂਗੇ ਗੁਰੂ। ਤੇ ਕਿਰਿਆ ਕਿਹੋ ਜਿਹੀ ਬਣ ਜੇਗੀ? ਵਾਹਿਗੁਰੂ ਵਾਹਿਗੁਰੂ। ਪਹਿਲਾਂ ਪਹਿਲਾਂ ਉੱਚੀ ਬੋਲਣਾ ਪਊ, ਜਿਹਨੂੰ ਬੈਖਰੀ ਬਾਣੀ ਕਹਿੰਦੇ ਆਪਾਂ। ਫਿਰ ਹੌਲੀ 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 ਹੋ ਜਾਂਗੇ, ਜਿਹਨੂੰ ਮਦਬਾ ਕਹਿੰਦੇ ਆ। ਫਿਰ ਹੌਲੀ ਹੌਲੀ ਹੋਰ ਹੌਲੀ ਹੋ ਜਾਂਗੇ, ਜਿਹਨੂੰ ਬਸੰਤੀ ਕਹਿੰਦੇ ਆ। ਤੇ ਚੌਥੀ ਬਾਣੀ ਆ ਪਰਾ, ਜਿਹੜੀ ਫਿਰ ਸਾਡੇ ਅੰਦਰ ਚੱਲਦੀ ਆ, ਉਹ ਸਾਨੂੰ ਸੁਣਨੀ ਸ਼ੁਰੂ ਹੋ ਜੂਗੀ। ਉਹ ਮਾਲਕ ਦੀ ਆਵਾਜ਼ ਆ, ਕਵਾਊ ਦੀ ਬੋਲੀ ਆ, ਜੋ ਪ੍ਰਕਾਸ਼ ਦੇ ਅੰਦਰੋਂ ਚੱਲ ਰਹੀ ਆ। ਉਹ ਸਾਡੀ ਸੁਰਤ ਨੂੰ ਚੁੱਕ ਕੇ ਉੱਥੇ ਲੈ ਜਾਊਗੀ ਜਿੱਥੋਂ ਆਵਾਜ਼ ਆ ਰਹੀ ਹੈ। ਇਹ ਸਾਡੇ ਜੀਵਨ ਦੀ ਕਹਾਣੀ ਆ, ਜਿਹਦੇ ਤੇ ਆਪਾਂ ਚੱਲ ਕੇ ਉਹ ਜ਼ਿੰਦਗੀ ਦਾ ਮਨੋਰਥ ਪੂਰਾ ਕਰਨਾ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ
ਇਹ ਤੇਰੀ ਬਰੀ ਆ। ਆਓ ਫਿਰ ਥੋੜਾ ਜਿਹਾ ਸਿਮਰਨ ਕਰਕੇ ਆਪਾਂ ਸਮਾਪਤੀ ਕਰ ਦਿੰਦੇ ਹਾਂ। ਹਾਂਜੀ ਕਰੋ ਜੀ ਸ਼ੁਰੂ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰ੍ਹਾਂ ਗੁਰੂ ਪਿਆਰੀ ਸਾਧ ਸੰਗਤ ਜਦੋਂ ਚਲੋ ਇੱਥੇ ਤਾਂ ਸਮੇਂ ਦੀ ਬੰਦਿਸ਼ ਹੁੰਦੀ, ਆਪਾਂ ਨੂੰ ਘਰਾਂ 'ਚ ਬੈਠ ਕੇ ਆਪਾਂ ਅੱਧਾ ਘੰਟਾ ਅਭਿਆਸ ਕਰਾਂਗੇ। ਤੁਸੀਂ ਮਹਿਸੂਸ ਜਿਹਾ ਕਰੋਗੇ ਜਿਵੇਂ ਨੀਂਦ ਆਉਂਦੀ ਹੁੰਦੀ ਆ, ਹੁਣ ਵੀ ਮਹਿਸੂਸ ਕਰਨ ਲੱਗ ਗਏ ਸੀ। ਇਹ ਸਾਨੂੰ ਇੱਕ ਭੁਲੇਖਾ ਜਿਹਾ ਪਾਇਆ ਹੋਇਆ ਵੀ ਕਲਯੁਗ ਘੇਰਦਾ, ਕਲਯੁਗ ਨਹੀਂ ਘੇਰਦਾ। ਸਗੋਂ ਕਲਯੁਗ 'ਚੋਂ ਨਿਕਲ ਕੇ ਸਾਡੀ ਸੁਰਤ ਆਪਣੇ ਅਸਲੀ ਘਰ ਵੱਲ ਨੂੰ ਜਾ ਰਹੀ ਹੁੰਦੀ ਹੈ। ਉਦੋਂ ਇਹਨੂੰ ਆਰਾਮ ਮਿਲਦਾ ਹੈ। ਜਦੋਂ ਲੰਬਾ ਸਮਾਂ ਅਭਿਆਸ ਕਰੋਗੇ, ਥੋੜ੍ਹਾ ਜਿਹਾ ਢੋਲ ਲਾ ਕੇ ਬੈਠ ਜਾਣਾ। ਪੁਰਾਤਨ ਸਾਧੂ ਬਰਾਗਣ ਲਾ ਕੇ ਬੈਠਦੇ ਸੀ, ਕਿਉਂਕਿ ਹੌਲੀ ਹੌਲੀ ਸਾਡੀ ਸੁਰਤ ਨੇ ਸਰੀਰ ਤੋਂ ਪਿੱਛੇ ਹਟ ਜਾਣਾ, ਫਿਰ ਡਿੱਗ ਸਕਦੇ ਹਾਂ ਆਪਾਂ। ਹੌਲੀ ਹੌਲੀ ਸਮਾਂ ਇਹੋ ਜਿਹਾ ਬਣ ਜਾਊਗਾ, ਸਾਨੂੰ ਸਮੇਂ ਦਾ ਚੇਤਾ ਭੁੱਲ ਜੂ। ਸਾਡੀ ਸੁਰਤ ਜਿਹੜੀ ਹੁਣ ਕਿਤੇ ਭੂਤ ਕਾਲ 'ਚ ਭੱਜੀ ਫਿਰਦੀ ਆ, ਕਿਤੇ ਭਵਿੱਖ 'ਚ ਭੱਜੀ ਫਿਰਦੀ ਆ, ਹੌਲੀ ਹੌਲੀ ਵਰਤਮਾਨ 'ਚ ਆ ਜੂਗੀ। ਫਿਰ ਵਰਤਮਾਨ ਨੂੰ ਵੀ ਛੱਡ ਕੇ ਕਾਲ ਦੇ ਸਮੇਂ 'ਚੋਂ ਬਾਹਰ ਜਦੋਂ ਹੋ ਗਈ, ਅਕਾਲ ਦੇ ਸਮੇਂ 'ਚ ਚਲੀ ਜਾਊ, ਅਕਾਲ ਦੇ ਦੇਸ਼ 'ਚ।
ਇਹ ਆਪਾਂ ਮਿਹਨਤ ਕਰਨੀ ਆ। ਤੇ ਅੱਜ ਸੰਗਰਾਂਦ ਦਾ ਸੂ ਮਹੀਨੇ ਦੀ ਪ੍ਰੈਕਟੀਕਲ ਕਰ ਲਿਓ, ਅੱਜ ਤੋਂ ਸ਼ੁਰੂ ਕਰ ਲਓ, ਘੰਟਾ ਕੁ ਬੈਠਣਾ। ਤੇ ਜਦੋਂ ਕੱਤਕ ਦੀ ਸੰਗਰਾਂਦ ਆਊਗੀ ਰਿਜ਼ਲਟ ਤੁਹਾਡੀਆਂ ਅੱਖਾਂ ਦੇ ਸਾਹਮਣੇ ਆ ਜਾਊਗਾ। ਕਿਉਂ ਪਾਤਸ਼ਾਹ ਗੁਰਬਾਣੀ ਅੰਦਰ ਸਮਝਾ ਰਹੇ ਆ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਟਾਵੋ। ਕਰਨਾ ਪਊਗਾ ਅਭਿਆਸ, ਗੱਲਾਂ ਨਾਲ ਕੁਝ ਨਹੀਂ ਹੋਊਗਾ। ਇੱਕ ਫਿਰੈ ਘਨੇਰੇ ਕਰੇ ਗੱਲਾਂ, ਗੱਲੀ ਕਿਨੇ ਨਾ ਪਾਇਆ। ਇਹ ਬੇਨਤੀਆਂ ਨੇ, ਵਿਚਾਰ ਕਰਦਿਆਂ ਕੋਈ ਐਸਾ ਸ਼ਬਦ ਜੋ ਸੰਗਤ ਦੇ ਅਨੁਕੂਲ ਨਾ ਹੋਵੇ, ਜਾਂ ਕਈ ਵਾਰ ਜਦੋਂ ਜ਼ੁਬਾਨੀ ਗੁਰਬਾਣੀ ਬੋਲਦਿਆਂ ਕੋਈ ਸ਼ਬਦ ਅੱਗੋਂ ਪਿੱਛੋਂ ਬੋਲਿਆ ਜਾਂਦਾ, ਸੰਗਤ ਅਤੇ ਗੁਰੂ ਸਾਹਿਬ ਬਖਸ਼ਣਯੋਗ ਬਖਸ਼ ਲੈਣਾ ਜੀ। ਸਮੁੱਚੀਆਂ ਸੰਗਤਾਂ ਦਾ ਧੰਨਵਾਦ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕਰੋੜਾਂ ਵਾਰ ਧੰਨਵਾਦ। ਨੂਰਾ ਮਾਹੀ ਕਲੱਬ ਵਾਲੇ ਸਮੁੱਚੇ ਵੀਰਾਂ ਦਾ, ਭਾਈ ਪ੍ਰੀਤਮ ਸਿੰਘ ਜੀ, ਜੋਸਫ ਅਲੀ ਜੀ, ਸਾਬਰ ਅਲੀ ਜੀ ਤੁਹਾਡੇ ਨਗਰ ਦੇ ਹੀ ਆ, ਭਾਈ ਲਖਵਿੰਦਰ ਸਿੰਘ, ਕਰਵਿੰਦਰ ਸਿੰਘ, ਤੇ ਜਿਨ੍ਹਾਂ ਤੇ ਮਹਾਰਾਜ ਕਿਰਪਾ ਕਰਨ, ਐਸੇ ਉਦਮ ਕਰਨ ਦਾ ਬਲ ਉਦਮ ਬਖਸ਼ਿਸ਼ ਕਰਨ। ਤੇ ਸਾਡੇ ਟੀਚਰ ਭਾਈ ਸੇਵਾ ਸਿੰਘ ਜੀ ਤਰਮਾਲਾ, ਜਿਨ੍ਹਾਂ ਕੋਲੇ ਰਹਿ ਕੇ ਆਪਾਂ ਥੋੜ੍ਹੀ ਬਹੁਤ ਇਹ ਗੁਰਮਤ ਦੀ ਵਿੱਦਿਆ ਸਿੱਖੀ, ਉਹਨਾਂ ਗੁਰਮੁਖਾਂ ਦਾ ਵੀ ਧੰਨਵਾਦ ਕਰਨਾ ਬਣਦਾ, ਜਿਨ੍ਹਾਂ ਨੇ ਨਾ ਚੀਜ਼ ਜੇ ਬੰਦਿਆਂ ਨੂੰ ਪਰਮੇਸ਼ਰ ਦੇ ਨਾਮ ਨਾਲ ਜੋੜ ਕੇ, ਕਿਉਂਕਿ ਬਹੁਤ ਉੱਚਾ, ਵੱਡਾ ਸਾਹਿਬ ਉੱਚਾ ਥਾਓ, ਉੱਚੇ ਉੱਪਰ ਉੱਚਾ ਨਾਓ। ਕੋਈ ਪ੍ਰਸਿੱਧੀ ਪ੍ਰਸੁੱਧੀ ਨਹੀਂ, ਜਿਵੇਂ ਭਾਈ ਸਾਹਿਬ ਬੋਲ ਰਹੇ ਸੀ, ਕਾਹਦੀਆਂ ਪ੍ਰਸਿੱਧੀਆਂ ਇੱਥੇ, ਲੱਖਾਂ ਗਿਆਨੀ ਹੋ ਚਲੇ ਗਏ ਇੱਥੇ, ਬਸ ਮਾਲਕ ਨਦਰ ਕਰ ਦੇਵੇ ਤੇ ਆਪਾਂ ਉਹਦੀ ਨਦਰ ਨਾਲ ਨਿਹਾਲ ਹੋ ਜਾਈਏ। ਨਾਨਕ ਨਦਰੀ ਨਦਰ ਨਿਹਾਲ। ਸਾਰੀ ਸੰਗਤ ਨੂੰ ਬੇਨਤੀ, ਇੱਕ ਵਾਰ ਫਤਿਹ ਦਾ ਜਕਾਰਾ ਗੱਜ ਕੇ ਬੁਲਾ ਦਿਓ ਜੇ ਖੁਸ਼ ਹੋ ਤਾਂ। ਵਾਹਿਗੁਰੂ ਜੀ ਕਾ ਖਾਲਸਾ।